ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸੁਖਮਨੀ ਸਾਹਿਬ ਦੀ 23ਵੀਂ ਅਸ਼ਟਪਦੀ ਦੀ ਕਥਾ ਹੋ ਰਹੀ ਹੈ। ਕੱਲ ਪਹਿਲੇ ਬੰਦ ਦੀ ਕਥਾ ਹੋਈ ਸੀ, ਅੱਜ ਦੂਸਰੇ ਬੰਦ ਦੀ ਕਥਾ ਸ਼ੁਰੂ ਹੋ ਰਹੀ ਹੈ। ਉਸ ਦੀ ਪਹਿਲੀ ਪੰਕਤੀ ਹੈ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਸੋ ਅੰਤਰ ਸੋ ਬਾਹਰ ਅਨੰਤ। ਅਨੰਤ ਦੋ ਸ਼ਬਦਾਂ ਤੋਂ ਬਣਿਆ ਹੋਇਆ, ਅਨ ਅੰਤ, ਜਿਹਦਾ ਕੋਈ ਅੰਤ ਹੀ ਨਹੀਂ ਹੈ, ਜਿਹਨੂੰ ਉਰਦੂ ਦੇ ਫਾਰਸੀ ਬੇਅੰਤ ਕਹਿੰਦੇ ਨੇ। ਬੇ ਫਾਰਸੀ ਦਾ ਸ਼ਬਦ ਹੈ, ਬੇਅੰਤ, ਅੰਤ ਤੋਂ ਬਿਨਾਂ। ਅਨੰਤ ਹਿੰਦੀ ਪੰਜਾਬੀ ਦਾ ਸ਼ਬਦ ਹੈ, ਜਿਹਦਾ ਕੋਈ ਅੰਤ ਨਹੀਂ। ਸੋ ਅੰਤਰ ਸੋ ਬਾਹਰ ਅਨੰਤ। ਉਹ ਜਿਹੜਾ ਪਰਮਾਤਮਾ ਹੈ, ਜੋ ਅਨੰਤ ਹੈ, ਜੋ ਬੇਅੰਤ ਹੈ, ਉਹ ਸਾਡੇ ਅੰਦਰ ਵੀ ਹੈ ਅਤੇ ਸਾਡੇ ਬਾਹਰ ਵੀ ਹੈ। ਘਟ ਘਟ ਵਿਆਪ ਰਿਹਾ ਭਗਵੰਤ। ਭਗਵੰਤ ਭਾਵ ਪਰਮਾਤਮਾ। ਪਰਮਾਤਮਾ ਹਰ ਇੱਕ ਹਿਰਦੇ ਦੇ ਵਿੱਚ ਵਸ ਰਿਹਾ ਹੈ। ਵਿਆਪ ਹੁੰਦਾ ਵਸਣਾ। ਘਟ ਘਟ, ਘਟ ਸਰੀਰ ਨੂੰ ਵੀ ਕਹਿੰਦੇ ਨੇ, ਘਟ ਹਿੰਦੀ ਘੜੇ ਨੂੰ ਵੀ ਕਹਿੰਦੇ ਨੇ, ਇੱਥੇ ਹਿਰਦੇ ਨੂੰ ਵੀ ਕਹਿੰਦੇ ਨੇ। ਭਾਵ ਜਿਹੜਾ ਪਰਮਾਤਮਾ ਹੈ ਉਹ ਹਰ ਇੱਕ ਇਨਸਾਨ ਦੇ ਵਿੱਚ ਵਸ ਰਿਹਾ ਹੈ। ਉਹ ਬਾਹਰ ਵੀ ਹੈ, ਉਹ ਅੰਦਰ ਵੀ ਹੈ। ਉਹ ਅਨੰਤ ਹੈ, ਉਹ ਬੇਅੰਤ ਹੈ। ਧਰਨ ਮਾਹੇ ਆਕਾਸ਼ ਪਿਆਲ। ਪਰਮਾਤਮਾ ਧਰਨ ਮੈਨੇ ਧਰਤੀ, ਮਾਹੇ ਮੈਨੇ ਵਿੱਚ। ਪਰਮਾਤਮਾ ਧਰਤੀ ਵਿੱਚ ਵੀ ਹੈ, ਆਕਾਸ਼, ਆਕਾਸ਼ ਵਿੱਚ ਵੀ ਹੈ, ਪਿਆਲ, ਪਾਤਾਲ ਵਿੱਚ ਵੀ ਹੈ। ਪਿਆਲ ਮੈਨੇ ਪਾਤਾਲ। ਪਰਮਾਤਮਾ ਇਸ ਮਾਤ ਲੋਕ 'ਚ ਵੀ ਹੈ, ਆਕਾਸ਼ ਲੋਕ 'ਚ ਵੀ ਹੈ, ਪਾਤਾਲ ਲੋਕ ਵਿੱਚ ਵੀ ਹੈ। ਸਰਬ ਲੋਕ ਪੂਰਨ ਪ੍ਰਤਿਪਾਲ। ਤਿੰਨ ਲੋਕ ਗਿਣੇ ਗਏ ਨੇ, ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ। ਪਰਮਾਤਮਾ ਜਿਹੜਾ ਹੈ ਇਹਨਾਂ ਤਿੰਨਾਂ ਲੋਕਾਂ 'ਚ ਵਸਦਾ ਹੈ, ਪੂਰਨ ਹੈ, ਵਸਦਾ ਹੈ। ਪ੍ਰਤਪਾਲ, ਅਤੇ ਸਾਰਿਆਂ ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਪ੍ਰਤਿਪਾਲ ਹਿੰਦੀ ਦਾ ਸ਼ਬਦ ਹੈ, ਪਾਲਣਾ ਪੋਸ਼ਣਾ ਕਰਨ ਵਾਲਾ ਹੈ। ਬਾਨ ਤਿੰਨ ਪਰਬਤ ਹੈ ਪਾਰ ਬ੍ਰਹਮ। ਪਰਮਾਤਮਾ ਬਾਨ ਹੁੰਦਾ ਜੰਗਲ, ਤਿੰਨ ਹੁੰਦਾ ਤਿਨਕਾ, ਪਰਬਤ ਪਹਾੜ। ਪਰਮਾਤਮਾ ਜੰਗਲ ਵਿੱਚ ਵੀ ਹੈ, ਇੱਕ ਘਾਹ ਦੇ ਤਿਨਕੇ ਵਿੱਚ ਵੀ ਹੈ, ਪਹਾੜਾਂ ਵਿੱਚ ਵੀ ਹੈ। ਕਹਿਣ ਦਾ ਭਾਵ ਹੈ ਪਰਮਾਤਮਾ ਸਭ ਥਾਵਾਂ 'ਤੇ ਹੈ। ਜੈਸੀ ਆਗਿਆ ਤੈਸਾ ਕਰਮ। ਆਗਿਆ ਦਾ ਮਤਲਬ ਹੁਕਮ। ਜਿਹੋ ਜਿਹਾ ਪਰਮਾਤਮਾ ਦਾ ਹੁਕਮ ਹੁੰਦਾ ਹੈ, ਉਹੋ ਜਿਹਾ ਜੀਵ ਕਰਮ ਕਰਦਾ। ਕਿਉਂਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜਪਜੀ ਸਾਹਿਬ ਚਾਹੁੰਦੇ ਨੇ ਜੋ ਵੀ ਪਰਮਾਤਮਾ ਨੇ ਪੈਦਾ ਕੀਤਾ, ਪਰਮਾਤਮਾ ਦੇ ਹੁਕਮ 'ਚ ਹੈ, ਉਹਦੇ ਹੁਕਮ ਤੋਂ ਬਾਹਰ ਨਹੀਂ ਹੈ। ਇਸ ਲਈ ਜਿਹੋ ਜਿਹਾ ਪਰਮਾਤਮਾ ਹੁਕਮ ਕਰ ਦਿੰਦਾ ਹੈ, ਤੈਸਾ ਕਰਮ, ਉਹੋ ਜਿਹੇ ਮਨੁੱਖ ਜੀਵ ਕਰਮ ਕਰਦਾ ਹੈ। ਪੌਣ ਪਾਣੀ ਬੈਸੰਤਰ ਮਾਹੇ। ਪੌਣ ਮੈਨੇ ਹਵਾ, ਪਾਣੀ ਪਾਣੀ, ਬੈਸੰਤਰ ਅੱਗ। ਮਾਹੇ ਵਿੱਚ। ਪਰਮਾਤਮਾ ਹਵਾ ਵਿੱਚ ਵੀ ਹੈ, ਪਾਣੀ ਵਿੱਚ ਵੀ ਹੈ, ਅੱਗ ਵਿੱਚ ਵੀ ਹੈ। ਚਾਰ ਕੁੰਟ। ਕੁੰਟ ਹੁੰਦਾ ਪਾਸੇ। ਚਾਰ ਪਾਸੇ ਨੇ, ਪੂਰਬ, ਪੱਛਮ, ਉੱਤਰ, ਦੱਖਣ। ਚਾਰਾਂ ਪਾਸੇ ਪਰਮਾਤਮਾ।
ਦਹਿ ਦਿਸੇ, ਦਸਾਂ ਦਿਸ਼ਾਵਾਂ 'ਚ। ਚਾਰ ਦਿਸ਼ਾਵਾਂ ਤੇ ਹੋ ਗਈਆਂ, ਪੂਰਬ, ਪੱਛਮ, ਉੱਤਰ, ਦੱਖਣ। ਇਹਨਾਂ ਦੇ ਵਿਚਾਲੇ ਜਿਹੜੀ ਇੱਕ ਇੱਕ ਹੈ ਉਹਦੇ ਨਾਲ 8 ਹੋ ਗਈਆਂ। ਇੱਕ ਹੇਠਾਂ 9, ਇੱਕ ਉੱਪਰ 10। ਦਸੇ ਦਿਸ਼ਾਵਾਂ ਦੇ ਵਿੱਚ ਪਰਮਾਤਮਾ ਸਮਾਇਆ ਹੋਇਆ ਹੈ। ਚਾਰ ਕੁੰਟ ਦਹਿ ਦਿਸੇ ਸਮਾਹੇ। ਪਰਮਾਤਮਾ ਚਾਰੇ ਦਿਸ਼ਾਵਾਂ, ਚਾਰਾਂ ਕੁੰਡਾਂ 'ਚ, ਦਸਾਂ ਦਿਸ਼ਾਵਾਂ 'ਚ ਸਮਾ ਰਿਹਾ ਹੈ, ਵਿਆਪਕ ਹੈ। ਤਿਸ ਤੇ ਭਿੰਨ ਨਹੀਂ ਕੋ ਠਾਉ। ਪਰਮਾਤਮਾ ਤੋਂ ਅਲੱਗ ਕੋਈ ਥਾਂ ਨਹੀਂ ਹੈ, ਕਿਉਂਕਿ ਪਰਮਾਤਮਾ ਸਭ ਥਾਂ 'ਤੇ ਹੈ। ਇਸ ਲਈ ਉਸ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ। ਇਹ ਨਹੀਂ ਕਹਿ ਸਕਦੇ ਇਸ ਥਾਂ 'ਤੇ ਪਰਮਾਤਮਾ ਨਹੀਂ ਹੈ। ਪਰਮਾਤਮਾ ਤੋਂ ਭਿੰਨ ਕੋਈ ਜਗ੍ਹਾ ਹੀ ਨਹੀਂ ਹੈ। ਗੁਰ ਪ੍ਰਸਾਦ ਨਾਨਕ ਸੁਖ ਪਾਓ। ਗੁਰੂ ਦੀ ਕਿਰਪਾ ਨਾਲ ਸੁਖ ਦੀ ਪ੍ਰਾਪਤੀ ਕਰੋ। ਗੁਰੂ ਦੀ ਕਿਰਪਾ ਕਦੋਂ ਹੋਏਗੀ? ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ। ਗੁਰੂ ਅਤੇ ਪਰਮਾਤਮਾ ਇੱਕੋ ਹੀ ਗੱਲ 'ਤੇ ਖੁਸ਼ ਨੇ ਵੀ ਕੀ ਇਹ ਬੰਦਾ ਨਾਮ ਜਪਦਾ। ਪਰਮਾਤਮਾ ਨੇ ਹੁਕਮ ਕੀਤਾ ਕਿ ਤੁਸੀਂ ਮੇਰਾ ਨਾਮ ਜਪਣਾ ਸੰਸਾਰ 'ਚ ਜਾ ਕੇ। ਨਾਮ ਦਾ ਦਾਤਾ ਗੁਰੂ ਹੈ, ਗੁਰੂ ਨਾਮ ਦਿੰਦਾ ਹੈ। ਇਸ ਲਈ ਜਿਹੜਾ ਨਾਮ ਜਪਦਾ ਹੈ ਉਸ 'ਤੇ ਗੁਰੂ ਮਹਾਰਾਜ ਵੀ ਖੁਸ਼, ਪਰਮਾਤਮਾ ਵੀ ਖੁਸ਼। ਜਦੋਂ ਆਪਾਂ ਨਾਮ ਜਪਦੇ ਹਾਂ ਫਿਰ ਗੁਰ ਪ੍ਰਸਾਦ ਹੋ ਜਾਂਦਾ, ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਫਿਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਨਾਮ ਨੇ ਤਾਂ ਸਾਨੂੰ ਸੁੱਖ ਦੇਣਾ। ਹੋਰ ਕੰਮ ਤਾਂ ਕਈਆਂ ਦਾ ਨਤੀਜਾ ਦੁਖਦਾਈ ਹੋ ਸਕਦਾ ਹੈ। ਆਪਾਂ ਕੰਮ ਕੀਤਾ ਆਪਣੇ ਭਲੇ ਲਈ, ਉਹ ਸਾਡੇ ਲਈ ਦੁਖਦਾਈ ਹੋ ਗਿਆ। ਚੋਰ ਚੋਰੀ ਕਰਦਾ ਆਪਣੇ ਭਲੇ ਲਈ, ਪਰ ਉਹੀ ਚੋਰੀ ਉਹਦੇ ਲਈ ਦੁੱਖ ਰੂਪ ਹੋ ਜਾਂਦੀ ਹੈ। ਪਰ ਜਿਹੜਾ ਨਾਮ ਜਪਣਾ ਹੈ, ਬਾਣੀ ਪੜ੍ਹਨਾ, ਇਹ ਸੁੱਖ ਰੂਪ ਹੈ। ਇਸ ਲਈ ਫਿਰ ਜਿਹੜਾ ਬਾਣੀ ਪੜ੍ਹਦਾ ਹੈ, ਨਾਮ ਜਪਦਾ ਹੈ, ਉਸ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਅਤੇ ਉਹਨੂੰ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਵੇਦ ਪ੍ਰਾਣ ਸਿਮਰਤ ਮਹਿ ਦੇਖ। ਪਰਮਾਤਮਾ ਦੀ ਜਿਹੜੀ ਜੋਤ ਹੈ ਉਹ ਵੇਦਾਂ 'ਚ ਵੀ ਹੈ। 4 ਵੇਦ ਨੇ, ਪੁਰਾਣ 18 ਪੁਰਾਣ ਨੇ, ਸਿਮਰਤ 27 ਸਿਮਰਤੀਆਂ ਨੇ। 4 ਵੇਦਾਂ 'ਚ, 18 ਪੁਰਾਣਾਂ 'ਚ, 27 ਸਿਮਰਤੀਆਂ ਦੇ ਵਿੱਚ ਉਸ ਪਰਮਾਤਮਾ ਨੂੰ ਹੀ ਦੇਖੋ, ਉਹਦੀ ਹੀ ਜੋਤ ਹੈ। ਤਿਸ ਤੇ ਪਿੰਨ ਨਹੀਂ ਕੋ ਠਾਉ। ਅੱਗੇ ਸ਼ਸ਼ੀਅਰ, ਇਹ ਸ਼ਸ਼ੀ ਜਿਹੜਾ ਹੈ ਇਹ ਹਿੰਦੀ ਦਾ ਸ਼ਬਦ ਹੈ, ਚੰਦਰਮਾ ਨੂੰ ਕਹਿੰਦੇ। ਸ਼ਸ਼ੀਅਰ ਚੰਦਰਮਾ ਦਾ ਬਹੁਵਚਨ ਬਣ ਗਿਆ। ਇਹਨੂੰ ਸਸੀਅਰ ਨਹੀਂ ਪੜ੍ਹਨਾ। ਸ਼ਸ਼ੀ ਜਿਹਨਾਂ ਨੂੰ ਹਿੰਦੀ ਆਉਂਦੀ ਹੈ ਉਹਨਾਂ ਨੂੰ ਗਿਆਨ ਹੋਏਗਾ ਕਿ ਚੰਦਰਮਾ ਨੂੰ ਹਿੰਦੀ ਸ਼ਸ਼ੀ ਕਹਿੰਦੇ। ਸ਼ਸ਼ੀ ਦਾ ਬਹੁਵਚਨ ਬਣੇ ਸ਼ਸ਼ੀਅਰ, ਚੰਦਰਮਾ। ਸੂਰ ਹਿੰਦੀ ਕਹਿੰਦੇ ਸੂਰੀਏ, ਭਾਵ ਸੂਰਜ। ਨਖੇਤਰ, ਇਹ ਖੱਖੇ ਦੇ ਪੈਰ 'ਚ ਹੇਠਾਂ ਅੱਧਾ ਯਈਆ ਲੱਗਾ ਹੋਇਆ। ਜਿਸ ਅੱਖਰ ਦੇ ਹੇਠਾਂ ਅੱਧਾ ਯਈਆ ਲੱਗਾ ਹੋਵੇ, ਜਦੋਂ ਉਸ ਨੂੰ ਬੋਲਣਾ ਤਾਂ ਉਸੇ ਅੱਖਰ ਨੂੰ ਸਿਹਾਰੀ ਲੱਗ ਜਾਂਦੀ ਹੈ, ਅੱਗੇ ਆੜਾ ਲੱਗ ਜਾਂਦਾ ਹੈ। ਹੁਣ ਜੇ ਤੁਹਾਨੂੰ ਕਹੇ ਜੀ ਇਹਨੂੰ ਲਿਖੋ ਕਾਗਜ਼ 'ਤੇ, ਕਿਵੇਂ ਲਿਖੋਗੇ? ਫਿਰ ਆਪਾਂ ਲਿਖਾਂਗੇ ਨੰਨਾ, ਖੱਖੇ ਨੂੰ ਸਿਹਾਰੀ, ਆੜਾ ਤੱਤਾ ਰਾਰਾ, ਨਖੇਤਰ। ਹਿੰਦੀ ਸ਼ਬਦ ਹੈ ਨਕਸ਼ਤਰ, ਜਿਹਨੂੰ ਤਾਰੇ ਕਹਿੰਦੇ, ਸਟਾਰ ਕਹਿੰਦੇ ਨੇ। ਹਿੰਦੀ ਉਹਨੂੰ ਕਹਿੰਦੇ ਨਕਸ਼ਤਰ। ਹਿੰਦੀ ਸ਼ਬਦ ਇੱਕ ਅੱਖਰ ਹੈ ਕਸ਼, ਕਸ਼ ਤੋਂ ਬਣੇ ਖ ਗੁਰਬਾਣੀ 'ਚ। ਹਿੰਦੀ ਦਾ ਸ਼ਬਦ ਹੈ ਨਕਸ਼ਤਰ, ਉਸ ਤੋਂ ਗੁਰਬਾਣੀ ਦਾ ਬਣੇ ਨਖੇਤਰ। ਜਿਸ ਅੱਖਰ ਦੇ ਵੀ ਹੇਠਾਂ ਇਹ ਅੱਧਾ ਯਈਆ ਲੱਗਾ ਹੋਵੇਗਾ, ਜਦੋਂ ਤੁਸੀਂ ਇਸ ਨੂੰ ਪੜ੍ਹਨਾ ਤਾਂ ਉਸੇ ਅੱਖਰ ਨੂੰ ਸਿਹਾਰੀ ਲਾਣੀ, ਜਿਵੇਂ ਖੱਖੇ ਨੂੰ ਸਿਹਾਰੀ ਲੱਗ ਗਈ, ਅੱਗੇ ਆੜਾ।
ਤੱਤਾ ਰਾ ਤਾਂ ਪਹਿਲਾਂ ਹੈ ਹੀ ਹੈ, ਤਾਂ ਬਣ ਗਿਆ ਨਖੇ ਅੱਤਰ। ਸ਼ਸ਼ੀਅਰ ਸੂਰ ਨਖੇਤਰ ਮਹਿ ਏਕ। ਚੰਦਰਮਾ ਦੇ ਵਿੱਚ, ਸੂਰਜ ਦੇ ਵਿੱਚ, ਤਾਰਿਆਂ ਦੇ ਵਿੱਚ ਉਹ ਇੱਕ ਪਰਮਾਤਮਾ ਹੀ ਹੈ, ਕਿਉਂਕਿ ਸਾਰੇ ਪਰਮਾਤਮਾ ਦੇ ਬਣਾਏ ਹੋਏ ਨੇ, ਅਤੇ ਪਰਮਾਤਮਾ ਨੇ ਜੋ ਬਣਾਇਆ ਉਹਦੇ ਵਿੱਚ ਬੈਠਾ ਉਹ, ਇਸ ਨੂੰ ਪੁਰਖ ਕਹਿੰਦੇ ਨੇ। ਕਰਤਾ ਪੁਰਖ, ਕਰਤਾ ਮੈਨੇ ਬਣਾਉਣ ਵਾਲਾ, ਪੁਰਖ ਉਹ ਹੁੰਦਾ ਜਿਹੜਾ ਜੋ ਉਸਨੇ ਬਣਾਇਆ ਉਹਦੇ ਵਿੱਚ ਉਹ ਬਿਰਾਜਮਾਨ ਹੈ। ਪਰਮਾਤਮਾ ਨੇ ਜੋ ਕੁਛ ਵੀ ਬਣਾਇਆ ਉਸ ਦੇ ਵਿੱਚ ਪਰਮਾਤਮਾ ਬੈਠਾ ਹੋਇਆ ਹੈ, ਇਸ ਲਈ ਉਹਨੂੰ ਕਰਤਾ ਪੁਰਖ ਕਹਿੰਦੇ। ਸੋ ਕਹਿੰਦੇ ਚੰਦਰਮਾ ਦੇ ਵਿੱਚ ਸ਼ਸ਼ੀਅਰ ਸੂਰ ਨਖੇਤਰ ਮਹਿ ਏਕ। ਚੰਦਰਮਾ ਦੇ ਵਿੱਚ, ਸੂਰਜ ਵਿੱਚ, ਤਾਰਿਆਂ ਵਿੱਚ ਉਹ ਇੱਕ ਪਰਮਾਤਮਾ ਹੀ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ। ਹਰ ਕੋਈ ਪਰਮਾਤਮਾ ਦੀ ਬਾਣੀ ਹੀ ਬੋਲਦਾ ਹੈ। ਅਸੀਂ ਆਪਣੇ ਕੋਲ ਤਾਂ ਕੁਝ ਬੋਲ ਹੀ ਨਹੀਂ ਸਕਦੇ। ਪਰਮਾਤਮਾ ਦੀ ਬਾਣੀ, ਪਰਮਾਤਮਾ ਦੀ ਬੋਲੀ ਹੀ ਅਸੀਂ ਬੋਲਦੇ ਹਾਂ। ਉਹਨੇ ਸਾਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ, ਸਮਰੱਥਾ ਦਿੱਤੀ, ਅਸੀਂ ਬੋਲ ਰਹੇ ਹਾਂ। ਅਸੀਂ ਬੋਲ ਰਹੇ ਹਾਂ। ਜੇ ਸਾਨੂੰ ਗੁੰਗਿਆਂ ਬਣਾਉਂਦਾ ਫਿਰ ਕੀ ਕਰ ਲੈਂਦੇ? ਸਭ ਕੋ ਮਤਲਬ ਹਰ ਇੱਕ ਪਰਮਾਤਮਾ ਦੀ ਬਾਣੀ ਹੀ ਬੋਲਦਾ ਹੈ। ਆਪ ਅਡੋਲ, ਪਰਮਾਤਮਾ ਆਪ ਤੇ ਅਡੋਲ ਹੈ। ਨਾ ਕਬਹੂ ਡੋਲੇ, ਕਬਹੂ ਉਹ ਕਦੇ ਡੋਲਦਾ ਨਹੀਂ ਹੈ। ਆਪ ਅਡੋਲ ਨਾ ਕਬਹੂ ਡੋਲੇ, ਉਹ ਅਡੋਲ ਹੈ, ਉਹ ਕਦੇ ਡੋਲਦਾ ਨਹੀਂ ਹੈ। ਸਾਡਾ ਮਨ ਤਾਂ ਡੋਲਦਾ ਰਹਿੰਦਾ ਹੈ। ਜਿੱਦੇ ਸਾਡਾ ਮਨ ਅਡੋਲ ਹੋ ਗਿਆ ਨਾ, ਉਦੋਂ ਹੀ ਸਾਡਾ ਪਰਮਾਤਮਾ ਨਾਲ ਮੇਲ ਹੋ ਜਾਣਾ। ਸਾਡਾ ਮਨ ਪਾਰੇ ਦੀ ਤਰ੍ਹਾਂ ਟਿਕਦਾ ਨਹੀਂ ਹੈ। ਜਿਹੜੇ ਸਾਇੰਸ ਪੜ੍ਹੇ ਹੋਏ ਤੁਹਾਡੇ 'ਚ ਬੈਠੇ ਨੇ, ਉਹਨਾਂ ਕਦੇ ਸਾਇੰਸ ਨੂੰ 'ਚ ਪਾਰਾ ਵੇਖਿਆ ਉਹਨੂੰ। ਉਹ ਤਾਂ ਹੁੰਦਾ ਤਾਂ ਉਹ ਤਰਲ ਹੈ, ਪਰ ਉਹਦੇ ਛੋਟੀਆਂ ਛੋਟੀਆਂ ਗੋਲੀਆਂ ਹੀ ਬਣੀਆਂ ਹੁੰਦੀਆਂ। ਉਹ ਟਿਕਦੀਆਂ ਨਹੀਂ, ਹਿੱਲੀ ਜਾਂਦੀਆਂ। ਇੱਕ ਥਾਂ 'ਤੇ ਨਹੀਂ ਟਿਕਦੀਆਂ ਹੈਗੀਆਂ। ਜਿਵੇਂ ਪਾਰਾ ਟਿਕਦਾ ਨਹੀਂ ਹੈ, ਇਸ ਤਰ੍ਹਾਂ ਮਨ ਵੀ ਪਾਰੇ ਦੀ ਨਿਆਈ ਹੈ, ਇੱਕ ਥਾਂ 'ਤੇ ਟਿਕਦਾ ਨਹੀਂ, ਡੋਲਦਾ ਰਹਿੰਦਾ ਹੈ। ਪਰਮਾਤਮਾ ਅਡੋਲ ਹੈ, ਉਹ ਕਦੇ ਡੋਲਦਾ ਹੀ ਨਹੀਂ। ਸਰਬ ਕਲਾ ਕਰ ਖੇਲੈ ਖੇਲ। ਸਰਬ ਕਲਾ, ਸਾਰੀਆਂ ਸ਼ਕਤੀਆਂ ਬਣਾ ਕੇ, ਘਰ ਬਣਾ ਕੇ, ਹਲਕੇ ਇਹ ਕੰਮ ਕਰ, ਸਾਰੀਆਂ ਸ਼ਕਤੀਆਂ ਬਣਾ ਕੇ ਪਰਮਾਤਮਾ ਇਸ ਸ੍ਰਿਸ਼ਟੀ ਦਾ ਖੇਲ ਖੇਲ ਰਿਹਾ ਹੈ। ਆਪਣੀ ਸ਼ਕਤੀ ਦੇ ਨਾਲ ਪਰਮਾਤਮਾ ਸੰਸਾਰਿਕ ਖੇਲ ਖੇਲ ਰਿਹਾ ਹੈ। ਮੋਲ ਨਾ ਪਾਈਏ ਗੁਣੇ ਅਮੋਲ। ਪਰਮਾਤਮਾ ਦੇ ਜਿਹੜੇ ਗੁਣ ਨੇ ਨਾ, ਉਹ ਤੇ ਅਮੋਲ ਨੇ, ਅਮੋਲਕ ਨੇ। ਮੋਲ ਨਾ ਪਾਈਏ, ਉਹਨਾਂ ਦਾ ਕੋਈ ਮੁੱਲ ਪਾਇਆ ਹੀ ਨਹੀਂ ਜਾ ਸਕਦਾ। ਜਿਹੜੀ ਚੀਜ਼ ਅਮੋਲਕ ਹੋਵੇ ਨਾ, ਅਮੋਲਕ ਕਹਿੰਦੇ ਹੀ ਉਹਨੂੰ ਨੇ ਜਿਹਦਾ ਕੋਈ ਮੁੱਲ ਹੀ ਨਹੀਂ ਹੈਗਾ। ਨਾਮ ਦਾ ਕੋਈ ਮੁੱਲ ਨਹੀਂ। ਗੁਰਮੰਤਰ ਦਾ ਬਿਨਾਂ ਮੁੱਲ ਦੇ ਵੀ ਮਿਲ ਜਾਂਦਾ ਹੈ। ਉਹ ਤਾਂ ਵਾਜਾਂ ਮਾਰਦੇ ਨੇ ਗੁਰੂ ਜਿਹੜੇ ਨੇ, ਆ ਜਾਓ ਗੁਰਮੰਤਰ ਲੈ ਲਓ, ਗੁਰਮੰਤਰ ਲੈ ਲਓ। ਪਰ ਜਿਹੜਾ ਨਾਮ ਦੀ ਦਾਤ ਹੈ, ਉਹ ਅਮੋਲਕ ਹੈ। ਉਹ ਮਾਇਆ ਨਾਲ ਨਹੀਂ ਮਿਲਦੀ, ਉਹ ਮਾਇਆ ਨਾਲ ਨਹੀਂ ਮਿਲਦੀ। ਇਸ ਤਰ੍ਹਾਂ ਪਰਮਾਤਮਾ ਜਿਹੜੇ ਗੁਣ ਨੇ ਨਾ, ਉਹ ਅਮੋਲ ਨੇ। ਉਹਨਾਂ ਦਾ ਤਾਂ ਕੋਈ ਮੁੱਲ ਹੀ ਨਹੀਂ ਹੈ। ਅਤੇ ਜਿਨ੍ਹਾਂ ਦਾ ਮੁੱਲ ਹੀ ਨਹੀਂ ਹੈ, ਮੋਲ ਨਾ ਪਾਈਏ, ਉਹਨਾਂ ਨੂੰ ਮੁੱਲ ਲੈ ਕੇ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਉਹਨਾਂ ਦਾ ਮੁੱਲ ਪਾਇਆ ਹੀ ਨਹੀਂ ਜਾ ਸਕਦਾ। ਸਰਬ ਜੋਤ ਮੈਂ ਜਾ ਕੀ ਜੋਤ, ਜਾ ਕੀ ਜਿਸ ਦੀ। ਸਾਰੀਆਂ ਜੋਤਾਂ ਵਿੱਚ ਜਿਸ ਦੀ ਜੋਤ ਹੈ, ਪਰਮਾਤਮਾ ਦੀ ਜੋਤ ਸਾਡੀਆਂ ਸਾਰੀਆਂ ਜੋਤਾਂ ਦੇ ਵਿੱਚ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਾਰਾ 'ਚ ਉਸੇ ਦੀ ਹੀ ਜੋਤ ਹੈ। ਹਰ ਇੱਕ ਚੀਜ਼ ਵਿੱਚ ਜੋਤ ਹੈ।
ਇਸ ਲਈ ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਹੈ। ਧਾਰ ਰਹੋ ਸੁਆਮੀ ਓਤ ਪੋਤ। ਓਤ ਪੋਤ ਹੁੰਦਾ ਪੂਰੀ ਤਰ੍ਹਾਂ, ਪੂਰੀ ਤਰ੍ਹਾਂ ਜਿਹੜਾ ਪਰਮਾਤਮਾ ਹੈ ਇਹ ਹਰ ਇੱਕ ਦੇ ਵਿੱਚ ਵਸ ਰਿਹਾ ਹੈ। ਹਰ ਇੱਕ ਨੂੰ ਇਸ ਨੇ ਆਸਰਾ ਦਿੱਤਾ ਹੋਇਆ ਹੈ, ਹਰ ਇੱਕ ਨੂੰ ਇਸ ਨੇ ਧਾਰਨ ਕੀਤਾ ਹੋਇਆ ਹੈ। ਹਾਲਾਂਕਿ ਤੂੰ ਗੁਰੂ ਧਾਰਨ ਕਰ ਲੈ, ਵੀ ਤੂੰ ਗੁਰੂ ਧਾਰਨ ਕਰ ਲੈ, ਤੂੰ ਕੋਈ ਗੁਰੂ ਬਣਾ ਲਿਆ। ਸੋ ਪਰਮਾਤਮਾ ਨੇ ਜੋ ਬਣਾਇਆ ਹੈ ਓਤ ਪੋਤ ਉਹਦੇ ਵਿੱਚ ਪੂਰੀ ਤਰ੍ਹਾਂ ਵਸਦਾ ਹੈ। ਗੁਰ ਪ੍ਰਸਾਦ ਭਰਮ ਕਾ ਨਾਸ। ਗੁਰੂ ਦੀ ਕਿਰਪਾ ਨਾਲ ਭਰਮ ਦਾ ਨਾਸ ਹੁੰਦਾ ਹੈ, ਨਹੀਂ ਤਾਂ ਭਰਮ ਤੇ ਬਣਿਆ ਰਹਿੰਦਾ ਹੈ। ਜਿੱਥੇ ਭਰਮ ਹੋਏਗਾ ਉੱਥੇ ਡਰ ਹੋਏਗਾ। ਡਰ ਭਰਮ ਦੇ ਵਿੱਚ ਉਪਜਦਾ ਹੈ। ਜਿੱਥੇ ਭਰਮ ਹੁੰਦਾ ਹੈ ਉੱਥੇ ਡਰ ਹੁੰਦਾ। ਤੁਸੀਂ ਹਨੇਰੇ 'ਚ ਇਕੱਲੇ ਜਾ ਰਹੇ ਹੋ, ਤੁਹਾਨੂੰ ਭਰਮ ਹੈ ਕਿ ਮੇਰੇ ਪਿੱਛੇ ਕੋਈ ਆ ਰਿਹਾ ਹੈ। ਤੁਹਾਡੇ ਪੈਰਾਂ ਦਾ ਖੜਕਾ ਐਂ ਲੱਗਦਾ ਜਿਵੇਂ ਪਿੱਛੇ ਕੋਈ ਆ ਰਿਹਾ ਹੈ, ਤੁਸੀਂ ਡਰ ਰਹੇ ਹੋ। ਪਿੱਛੇ ਵੇਖੋ ਕੋਈ ਨਹੀਂ ਹੈ। ਜਿੱਥੇ ਭਰਮ ਹੋਏਗਾ ਉੱਥੇ ਡਰ ਹੋਏਗਾ। ਭਰਮ ਹੈ ਮਨੁੱਖ ਨੂੰ ਮੈਨੂੰ ਕੋਈ ਮਾਰ ਨਾ ਦੇਵੇ। ਜੇ ਕਿਤੇ ਧਰਮ ਪੂਰੀ ਤਰ੍ਹਾਂ ਅੰਦਰ ਵਸ ਜਾਵੇ, ਧਰਮ ਨੂੰ ਪੜ੍ਹਨਾ, ਧਰਮ ਨੂੰ ਰੱਟਾ ਲਾਉਣਾ, ਧਰਮ ਨੂੰ ਗਾਉਣਾ, ਧਰਮ ਦੀ ਵਿਆਖਿਆ ਕਰਨਾ ਹੋਰ ਗੱਲ ਹੈ। ਧਰਮ ਦਾ ਹਿਰਦੇ ਵਿੱਚ ਵਸ ਜਾਣਾ ਹੋਰ ਗੱਲ ਹੈ। ਜੇ ਗੁਰਬਾਣੀ ਦੇ ਵਿਸ਼ਵਾਸ ਹੈ ਤਾਂ ਗੁਰਬਾਣੀ ਦੇ ਮਾਰੈ ਰਾਖੈ ਏਕੋ ਆਪ, ਮਾਨਸ ਕੇ ਕਿਛ ਨਾਹੀ ਹੱਥ। ਮਾਰਨ ਵਾਲਾ ਤੇ ਰੱਖਿਆ ਕਰਨ ਵਾਲਾ ਪਰਮਾਤਮਾ ਹੈ। ਇਸ ਮਨੁੱਖ ਦੇ ਹੱਥ ਕੁਛ ਨਹੀਂ, ਕੁਛ ਨਹੀਂ। ਜੇ ਉਹਦਾ ਹੁਕਮ ਹੋਏਗਾ ਤਾਂ ਕੋਈ ਸਾਨੂੰ ਮਾਰ ਸਕਦਾ, ਅਤੇ ਜੇ ਉਹਦਾ ਹੁਕਮ ਹੀ ਨਹੀਂ ਤਾਂ ਭਾਵੇਂ ਕਿੰਨੇ ਹਥਿਆਰਬੰਦ ਲੋਕ ਆਲੇ ਦੁਆਲੇ ਖੜ੍ਹੇ ਹੋਣ, ਨਹੀਂ ਮਾਰ ਸਕਦੇ ਉਹ। ਇਸ ਲਈ ਰੱਖਣ ਵਾਲਾ ਅਤੇ ਮਾਰਨ ਵਾਲਾ ਤਾਂ ਉਹ ਆਪ ਹੈ। ਜਦੋਂ ਇੱਥੇ ਕੋਈ 100% ਇੱਥੇ ਵਿਸ਼ਵਾਸ ਉਹਦਾ ਹੋ ਜਾਏਗਾ, ਉਹ ਡਰ ਨੂੰ ਹਟ ਜਾਏਗਾ। ਉਹ ਡਰ ਨੂੰ ਹਟ ਜਾਏਗਾ, ਨਹੀਂ ਤਾਂ ਡਰਦਾ ਹੀ ਰਹੇਗਾ। ਹੁਣ ਜਿਨ੍ਹਾਂ ਨੇ ਕਰੋਨੇ ਨਾਲ ਮਰਨਾ ਉਹਨਾਂ ਕਰੋਨੇ ਨਾਲ ਹੀ ਮਰਨਾ, ਜਿਨ੍ਹਾਂ ਨਹੀਂ ਮਰਨਾ ਉਹਨਾਂ ਕਰੋਨਾ ਨਾਲ ਨਹੀਂ ਮਰਨਾ। ਪਰ ਇਸ ਵੇਲੇ 100% ਲੋਕ ਡਰ ਰਹੇ ਨੇ। ਜਾਇਜ਼ ਹੈ। ਡਰ ਕੇ ਜਿਉਣ ਨਾਲੋਂ ਸਾਵਧਾਨੀ ਵਰਤਣਾ ਜ਼ਰੂਰੀ ਹੈ। ਅਸੀਂ ਸਾਵਧਾਨੀ ਨਹੀਂ ਵਰਤਦੇ। ਜਦੋਂ ਲਾਕਡਾਊਨ ਸੀ ਉਦੋਂ ਐਵਰੇਜ ਇੱਕ ਬੰਦਾ ਰੋਜ਼ ਪੰਜਾਬ 'ਚ ਮਰਦਾ ਸੀ ਕਰੋਨੇ ਨਾਲ। ਜਦੋਂ ਦਾ ਲਾਕਡਾਊਨ ਹਟਿਆ ਹੁਣ 5-6 ਬੰਦੇ ਰੋਜ਼ ਮਰ ਰਹੇ ਨੇ, ਰੋਜ਼ ਮਰ ਰਹੇ। ਕਿਉਂ? ਬਾਜ਼ਾਰੋਂ ਸੌਦਾ ਇੱਕ ਬੰਦਾ ਵੀ ਲਿਆ ਸਕਦਾ, ਪਰ ਘੱਟ 2 ਜੀ ਜ਼ਰੂਰ ਜਾ ਰਹੇ ਨੇ। ਕਈ 3-3 4-4 ਨਾਲ ਜਾ ਰਹੇ ਨੇ। ਵੀ ਘਰ ਵਾਲੇ ਕਹਿ ਬੀਬੀ ਇੱਥੇ ਸੌਦੇ ਲਿਖ ਦੇ, ਮੈਂ ਲੈ ਆਉਣਾ। ਉਹਨੂੰ ਵੀ ਮਗਰ ਸਕੂਟਰ 'ਤੇ ਬਿਠਾਇਆ ਵੀ ਤਾਂ 2 ਤੋਂ ਕੀ ਕਰਾਉਣਾ, ਉੱਥੇ 3-3 4-4 ਤੋਂ ਕੀ ਕਰਾਉਣਾ। ਜੇ ਸਰਕਾਰ ਦੁਕਾਨਾਂ ਨਹੀਂ ਖੋਲ੍ਹਣ ਦਿੰਦੀ ਤਾਂ ਵੀ ਲੋਕ ਰੌਲਾ ਪਾਉਂਦੇ, ਗਰੀਬੀ ਹੁੰਦੀ ਹੈ। ਕਾਰਖਾਨੇ ਨਹੀਂ ਖੋਲ੍ਹਦੇ, ਦੇਸ਼ ਗਰੀਬ ਹੋ ਜਾਏਗਾ, ਲੋਕ ਬੇਰੁਜ਼ਗਾਰ ਹੋ ਜਾਣਗੇ। ਮਜਬੂਰੀ 'ਚ ਉਹਨਾਂ ਨੂੰ ਖੋਲ੍ਹਣੇ ਪੈ ਰਹੇ ਨੇ। ਪਰ ਰੋਜ਼ ਤੁਸੀਂ, ਮੈਂ ਦੇਖਿਆ ਕਿਸੇ ਨੂੰ ਤੁਸੀਂ ਫੋਨ ਕਰੋ ਨਾ, ਪਹਿਲਾਂ ਆਉਣ ਲੱਗ ਜਾਂਦਾ, ਕਰੋਨਾ ਚੱਲ ਰਿਹਾ ਜੀ, 6 ਫੁੱਟ ਦੀ ਦੂਰੀ ਬਣਾ ਕੇ ਰੱਖੋ ਜੀ, ਬਚਾ ਰੱਖੋ, ਸਾਡੀ ਥੋੜ੍ਹੀ ਜਿਹੀ ਗਲਤੀ ਦਾ ਸਾਡੇ ਲਈ ਸਿਆਪਾ ਖੜਾ ਹੋ ਸਕਦਾ। ਆਉਂਦੇ ਕਿ ਨਹੀਂ? ਜਿੰਨੀ ਵਾਰ ਤੁਸੀਂ ਕਿਸੇ ਨੂੰ ਫੋਨ ਕਰ ਦਿਓ ਉਨੀ ਵਾਰ ਪਹਿਲਾਂ ਉਹ ਬੋਲਦੇ ਨੇ, ਅਤੇ ਉਹ ਰੱਟਾ ਲੱਗ ਗਿਆ ਹੈ। ਅਮਲ ਕੋਈ ਨਹੀਂ ਕਰਨਾ ਕਿਸੇ ਨੇ। ਵੀ ਉਹਨੇ ਕਿਹਾ ਭਾਈ ਦੂਰੀ ਬਣਾ ਕੇ ਰੱਖੋ। ਹੁਣ ਮੈਂ ਕਿੰਨੇ ਵਾਰੀ ਕਿਹਾ ਭਾਈ ਫਤਿਹ ਬੁਲਾ ਕੇ ਨਾ, ਫੇਰ ਆ ਜਾਂਦੇ ਨੇੜੇ, ਆਸ਼ੀਰਵਾਦ ਲੈਣ ਆ ਜਾਂਦੇ ਨੇ। ਵੀ ਭਾਈ ਹੁਣ ਤੇਰਾ ਹੈ ਕਿਤੇ ਮੈਂ ਆਸ਼ੀਰਵਾਦ ਨਾਲ ਤੁਹਾਡੇ ਲਈ ਵਕਤ ਨਾ ਖੜ੍ਹਾ ਕਰਦਾ ਕਿ ਤੁਸੀਂ ਆਸ਼ੀਰਵਾਦ ਨਾਲ ਮੇਰੇ ਲਈ ਵਕਤ ਨਾ ਖੜ੍ਹਾ ਕਰਦੇ ਕਰੋ। ਫਤਿਹ ਬੁਲਾਓ, ਬਸ ਗੱਲ 'ਤੇ ਸਤਿਕਾਰ ਕਰਨਾ। ਜਦੋਂ ਹਾਲਾਤ ਠੀਕ ਹੋ ਜਾਣਗੇ ਫਿਰ ਜੋ ਮਰਜ਼ੀ ਕਰੋ।
ਪਰਹੇਜ਼ ਰੱਖਣਾ ਜ਼ਰੂਰੀ ਹੁੰਦਾ ਹੈ। ਅਸੀਂ ਪਰਹੇਜ਼ ਨਹੀਂ ਰੱਖਦੇ। ਮੋਟਰਸਾਈਕਲ 4-4 ਚੜ੍ਹੇ ਜਾ ਰਹੇ ਨੇ, ਮੈਂ ਕਈ ਨੂੰ ਵੇਖਦਾ ਨਾ 4-4 ਚੜ੍ਹੇ ਜਾ ਰਹੇ, ਵੀ ਦੱਸ ਉਹ ਕਹਿੰਦੇ 6 ਫੁੱਟ ਦੂਰੀ ਰੱਖੋ, ਇਹ 2 ਫੁੱਟ 4 ਬੈਠੇ ਨੇ। ਆ ਬੈਲ ਮੁਝੇ ਮਾਰ। ਅਸੀਂ ਤਾਂ ਕਰੋਨਾ ਨੇ ਕਿਹਾ ਆ ਜਾ ਮੈਨੂੰ ਮਾਰ ਤੂੰ। ਉੱਥੇ ਸਰਕਾਰ ਦੱਸੋ ਕਿਆ ਕਰੇਗੀ? ਉਹ ਬੇਵੱਸ ਹੋ ਜਾਏਗੀ। ਡਾਕਟਰ ਵਿਚਾਰੇ ਬੇਵੱਸ ਹੋ ਗਏ ਨੇ, ਉਹ ਕੀ ਕਰਨ? ਉਹ ਉੱਪਰ ਉਹਨਾਂ ਨੇ ਪਾੜਿਆ ਸਾਰੇ ਸਰੀਰ 'ਤੇ ਪਾਇਆ ਹੁੰਦਾ, ਸਾਹ ਔਖਾ ਆ ਰਿਹਾ, ਪਸੀਨੋ ਪਸੀਨੀ। ਇੰਨੇ ਕਿੱਥੋਂ ਇੰਨੇ ਨੇ ਸੰਭਾਲਣੇ? ਨਵਾਂ ਡਾਕਟਰ ਤਾਂ ਕੋਈ ਹੈ ਨਹੀਂ। ਜਾਂ ਤਾਂ ਹੁੰਦਾ ਵੀ ਹਾਂ 1000-2000 ਸਰਕਾਰ ਨੇ ਭਰਤੀ ਕਰ ਲਿਆ ਡਾਕਟਰ ਉਹਨੇ ਹੀ ਨੇ। ਦਿਨ ਰਾਤ ਉਹਨਾਂ 'ਤੇ ਟੈਨਸ਼ਨ ਹੈ, ਕੇਸ ਵੱਧ ਰਹੇ ਨੇ, ਉਹ ਦੱਸੋ ਕੀ ਕਰਨ? ਇੱਕ ਦਿਨ ਉਹਨਾਂ ਨੇ ਕਹਿਣਾ ਸਾਡੇ ਤੋਂ ਨੇ ਸਿਆਪਾ ਹੁੰਦਾ, ਸਾਨੂੰ ਤਾਂ ਨੌਕਰੀ ਛੱਡਣੀ ਮਨਜ਼ੂਰ, ਅਸੀਂ ਚੱਲੇ ਹਾਂ। ਤੁਸੀਂ ਪਰਹੇਜ਼ ਨਹੀਂ ਰੱਖਦੇ, ਅਸੀਂ ਕੀ ਕਰੀਏ ਤੁਹਾਨੂੰ? ਉਹ ਕਤਾ ਸਕਦਾ ਬੰਦਾ ਵੀ ਇਹ ਲਾਪਰਵਾਹ ਲੋਕ ਨੇ, ਇਹ ਦਫਾ ਹੋਣ, ਮਰਨ ਦਿਓ ਇਹਨਾਂ ਨੂੰ। ਜੇ ਮਰਦੇ ਬਥੇਰੀ ਆਬਾਦੀ ਹੈ। ਦੁਖੀ ਹੋ ਕੇ ਆਈ ਕਹੇਗਾ ਬੰਦਾ। ਇਸ ਲਈ ਜਿਹੜੇ ਵੀ ਮੇਰੀ ਆਵਾਜ਼ ਸੁਣ ਰਹੇ ਸਤਸੰਗੀ ਹੋ, ਆਪ ਜੀ ਨੂੰ ਬੇਨਤੀ ਹੈ ਪਰਹੇਜ਼ ਰੱਖੋ, ਨਾ ਇਕੱਠ ਕਰੋ। ਗੁਰਦੁਆਰੇ ਜਾਓ, ਮੱਥਾ ਟੇਕੋ, ਵਾਪਸ ਆ ਜਾਓ। ਮੰਦਰ ਜਾਓ, ਮੱਥਾ ਟੇਕੋ, ਵਾਪਸ ਆ ਜਾਓ। ਕੋਈ ਜ਼ਰੂਰੀ ਉੱਥੇ ਬੈਠੋਗੇ, ਡੇੜੇ ਬੈਠੋਗੇ, ਇੱਕ ਨੂੰ ਕਰੋਨਾ ਹੋਇਆ ਕਈਆਂ ਨੂੰ ਹੋ ਜਾਏਗਾ, ਸਰਕਾਰ ਨੇ ਫਿਰ ਨਾ ਕਈਆਂ ਨੂੰ ਚੱਕ ਕੇ ਲੈ ਜਾਣਾ। ਕਰੋਨਾ ਇੱਕ ਨਾ ਸਾਰੇ ਟੱਬਰ ਨੂੰ ਲੈ ਜਾਂਦੇ, ਫਿਰ ਇਹ ਟੱਬਰ ਕਿਹਨੂੰ ਉਹਨੂੰ ਵੀ ਲੈ ਜਾਂਦੇ ਨੇ। ਸਰਕਾਰ ਲਈ ਵੀ ਵਕਤ, ਪੁਲਿਸ ਲਈ ਵੀ ਵਕਤ, ਡਾਕਟਰਾਂ ਲਈ ਵੀ ਵਕਤ, ਸਾਡੀ ਲਾਪਰਵਾਹੀ ਕਾਰਨ। ਸੋ ਲਾਪਰਵਾਹ ਨਾ ਹੋਵੋ। ਬੇਪਰਵਾਹ ਹੋਣਾ ਹੋਰ ਗੱਲ ਹੈ, ਲਾਪਰਵਾਹ ਹੋਣਾ ਹੋਰ ਗੱਲ ਹੈ। ਲਾਪਰਵਾਹੀ ਨਹੀਂ ਵਰਤੀਦੀ, ਸਿਆਣਪ ਵਰਤੋ, ਕਿਉਂਕਿ ਇੱਕ ਐਸੀ ਬਿਮਾਰੀ ਹੈ, ਤੁਸੀਂ ਮਰ ਗਏ ਹੋ, ਤੁਹਾਡੇ ਬਾਪੂ ਨੇ, ਤੁਹਾਡੀ ਬੇਬੇ ਨੇ, ਤੁਹਾਡੇ ਪੁੱਤਰ ਨੇ, ਤੁਹਾਡੇ ਭਰਾ ਨੇ, ਤੁਹਾਡੇ ਭੈਣ ਨੇ ਮੜੀਆਂ 'ਚ ਨਹੀਂ ਆਉਣਾ, ਤੁਹਾਨੂੰ ਫੂਕਣ ਨਹੀਂ ਜਾਣਾ ਕਿਸੇ ਨੇ, ਤੁਹਾਡੇ ਘਰ ਨਹੀਂ ਵੜਨਾ ਕਿੰਨੇ ਦਿਨ। ਸਰਕਾਰ ਸੈਨੀਟਾਈਜ਼ ਕਰੇਗੀ ਸਾਰੇ ਘਰ ਨੂੰ, ਹਰ ਇੱਕ ਚੀਜ਼ ਨੂੰ, ਫਿਰ ਭਾਵੇਂ ਤੁਸੀਂ ਵੜ ਸਕੋ। ਇਸ ਲਈ ਆਪ ਜੀ ਨੂੰ ਬੇਨਤੀ ਹੈ, ਮੈਂ ਕਥਾ ਰੋਕ ਕੇ ਬੇਨਤੀ ਕਰ ਰਿਹਾ ਆਪ ਜੀ ਨੂੰ ਕਿ ਆਪ ਜੀ ਪਰਹੇਜ਼ ਰੱਖੋ। ਇਹ ਤਾਂ ਕੁੱਤੇ ਦੀ ਮੌਤ ਤੋਂ ਵੀ ਮਾੜੀ ਮੌਤ ਹੈ। ਕੁੱਤਾ ਮਰ ਜਾਏ ਫਿਰ ਵੀ ਅਸੀਂ ਉਹਨੂੰ ਰੇਹੜੀ 'ਚ ਲੱਦ ਕੇ ਨਾ ਬਾਹਰ ਸੁੱਟਣੇ ਹੈ, ਅਤੇ ਬੰਦੇ ਨੂੰ ਤਾਂ ਕਿਸੇ ਨੇ ਰੇਹੜੀ 'ਚ ਵੀ ਨਹੀਂ ਲੱਦਣਾ। ਤੁਹਾਨੂੰ ਡਾਕਟਰ ਨੇ ਜਿਹੜੇ ਆਪ ਹੀ ਵਿਚਾਰੇ ਫੂਕਣ ਜਾਂਦੇ ਨੇ। ਅਸੀਂ ਤਾਂ ਆਪਣੇ ਬਾਪ ਨੂੰ, ਆਪਣੇ ਪੁੱਤਰ ਨੂੰ, ਧੀ ਨੂੰ, ਭੈਣ ਨੂੰ, ਭਰਾ ਨੂੰ ਫੂਕਣ ਵੀ ਨਹੀਂ ਜਾਂਦੇ, ਇੰਨੇ ਡਰਦੇ ਹਾਂ। ਸੋ ਇਹ ਸਭ ਤੋਂ ਭੈੜੀ ਮੌਤ ਮੈਂ 77 ਸਾਲ ਦੀ ਉਮਰ 'ਚ ਦੇਖੀ ਹੈ, ਸਭ ਤੋਂ ਭੈੜੀ ਮੌਤ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਆਪਾਂ ਸਾਰੇ ਸਾਵਧਾਨ ਰਹੀਏ, ਸਰਕਾਰ ਨੂੰ ਸਹਿਯੋਗ ਦਈਏ, ਡਾਕਟਰਾਂ ਨੂੰ ਸਹਿਯੋਗ ਦਈਏ, ਪੁਲਿਸ ਨੂੰ ਸਹਿਯੋਗ ਦਈਏ, ਆਪਣੇ ਆਪ 'ਤੇ ਕੰਟਰੋਲ ਕਰੀਏ, ਲੋੜ ਅਨੁਸਾਰ ਹੀ ਬਾਹਰ ਨਿਕਲੀਏ ਅਤੇ ਲੋੜ ਅਨੁਸਾਰ ਹੀ ਜਾ ਕੇ ਚੀਜ਼ ਖਰੀਦੀਏ। ਸੋ ਗੁਰੂ ਮਹਾਰਾਜ ਕਹਿੰਦੇ ਗੁਰ ਪ੍ਰਸਾਦ ਭਰਮ ਕਾ ਨਾਸ। ਗੁਰੂ ਦੀ ਕਿਰਪਾ ਨਾਲ ਭਰਮ ਦਾ ਨਾਸ ਹੋ ਜਾਂਦਾ। ਭਰਮ ਕਰਕੇ ਡਰ ਹੈ, ਜਦੋਂ ਭਰਮ ਹੀ ਖਤਮ ਹੋ ਗਿਆ, ਆਪੇ ਡਰ ਵੀ ਖਤਮ ਹੋ ਗਿਆ। ਨਾਨਕ ਤਿੰਨ ਮੈਂ ਇਹ ਵਿਸ਼ਵਾਸ, ਉਹਨਾਂ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਭਰਮ ਦਾ ਨਾਸ ਹੋ ਜਾਣਾ ਹੈ। ਸੰਤ ਜਨਾਂ ਕਾ ਪੇਖਣ ਸਭ ਬ੍ਰਹਮ। ਪੇਖਣ ਹੁੰਦਾ ਦੇਖਣਾ। ਸੰਤ ਜਨਾਂ ਨੂੰ ਸਭ ਪਾਸੇ ਪਰਮਾਤਮਾ ਹੀ ਪਰਮਾਤਮਾ ਵਿਖਾਈ ਦਿੰਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਬ੍ਰਹਮ ਗਿਆਨ 'ਤੇ ਜਾ ਕੇ ਗਾਇਆ ਜਾ ਸਕਦਾ। ਇਹ ਬਾਣੀ, ਇਹ ਸ਼ਬਦ ਬ੍ਰਹਮ ਗਿਆਨ ਦਾ ਹੈ। ਬ੍ਰਹਮ ਗਿਆਨ ਨੂੰ ਹਰ ਇੱਕ ਦੇ ਵਿੱਚ ਰੱਬ ਦਿਸਦਾ ਹੈ। ਜਦੋਂ ਬ੍ਰਹਮ ਗਿਆਨ ਹੁੰਦਾ ਹੈ, ਉਹਨੂੰ ਹਰ ਇੱਕ ਦੇ ਵਿੱਚ ਰੱਬ ਦਿਸ ਰਿਹਾ ਹੁੰਦਾ। ਜਿਵੇਂ ਇੱਕ ਬਾਹਰਲੀ ਚੀਜ਼ ਹੈ, ਇੱਕ ਉਹਦੇ ਅੰਦਰ ਹੈ। ਜਿਵੇਂ ਆਪਾਂ ਨੂੰ ਕਿਸੇ ਦੇ ਅੰਦਰ ਕੀ ਹੈ ਨਹੀਂ ਦਿਸ ਰਿਹਾ, ਉਸ ਦੇ ਅੰਦਰ ਨੂੰ ਇਸ ਸਰੀਰ ਨੇ, ਚਮੜੀ ਨੇ ਢੱਕਿਆ ਹੋਇਆ, ਆਪਾਂ ਨਹੀਂ ਦਿਸ ਰਿਹਾ। ਪਰ ਐਕਸਰੇ ਜਾਂ ਹੋਰ ਆ ਕੰਨਾ ਕੁਛ ਨਿਕਲ ਆਇਆ ਹੈਗਾ। ਇਹ ਮਸ਼ੀਨਾਂ ਜਿਹਨੇ ਅੰਦਰ ਵੀ ਵੇਖ ਲੈਂਦੇ ਅੰਦਰ ਕੀ ਹੈ, ਵੇਖਦੇ ਨਾ। ਇਸੇ ਤਰ੍ਹਾਂ ਹੀ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ, ਉਹ ਅੰਦਰ ਵੇਖਦੇ ਨੇ।
ਸਾਡੇ ਲਈ ਨਾਮਦੇਵ ਜੀ ਦੀ ਜਦ ਰੋਟੀ ਚੱਕ ਕੇ ਲੈ ਗਿਆ ਕੁੱਤਾ, ਆਮ ਲੋਕਾਂ ਲਈ ਕੁੱਤਾ ਸੀ, ਇਸ ਲਈ ਸਾਰੇ ਹੱਸ ਰਹੇ ਸਨ। ਨਾਮਦੇਵ ਨੂੰ ਪਤਾ ਸੀ ਕਿ ਇਸ ਕੁੱਤੇ ਦੇ ਵਿੱਚ ਪਰਮਾਤਮਾ ਹੈ। ਪਰਮਾਤਮਾ ਨੇ ਕੁੱਤੇ ਦਾ ਰੂਪ ਧਾਰਨ ਕੀਤਾ ਹੋਇਆ। ਪਰਮਾਤਮਾ ਨੇ ਜੈਮਲ ਸਿੰਘ ਦਾ ਰੂਪ ਧਾਰਨ ਕੀਤਾ, ਸੋਹਣ ਸਿੰਘ ਦਾ ਰੂਪ ਧਾਰਨ ਕੀਤਾ, ਮੋਹਨ ਸਿੰਘ ਦਾ ਕੀਤਾ, ਜਿੰਨੇ ਤੇ ਬੈਠੇ ਰੂਪ ਧਾਰਨ ਕੀਤਾ ਹੈ ਤਾਂ ਪਰਮਾਤਮਾ ਹੀ। ਪਰ ਸਾਨੂੰ ਉਹ ਦਿਸਦਾ ਨਹੀਂ, ਕਿਉਂਕਿ ਸਾਡੀ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹੇ। ਸਾਨੂੰ ਬਾਰ-ਬਾਰ ਦਿਸਦਾ ਹੈ, ਅੰਦਰ ਕੀ ਹੈ ਉਹ ਸਾਨੂੰ ਨਹੀਂ ਦਿਸਦਾ। ਜਦੋਂ ਬ੍ਰਹਮ ਗਿਆਨ ਹੋਏਗਾ, ਦਿਵ ਦ੍ਰਿਸ਼ਟੀ ਖੁੱਲ੍ਹੇਗੀ, ਫਿਰ ਪਤਾ ਲੱਗੇਗਾ ਕਿ ਦੇਖਣ ਨੂੰ ਬੰਦਾ ਹੈ, ਇਹ ਤਾਂ ਰੱਬ ਆ ਰਿਹਾ ਹੈ, ਇਹ ਤਾਂ ਰੱਬ ਆ ਰਿਹਾ। ਸੋ ਇਸ ਲਈ ਸੰਤ ਜਨਾਂ ਕਾ ਪੇਖਣ ਸਭ ਬ੍ਰਹਮ। ਸੰਤ ਜਨ ਜਿਸ ਨੂੰ ਵੇਖਦੇ ਨੇ ਉਹ ਬ੍ਰਹਮ ਹੀ ਵੇਖਦੇ ਨੇ। ਪਾਵਰਨ ਸਾਰੇ 'ਚ ਬ੍ਰਹਮ ਹੀ ਵਿਖਾਈ ਦੇ ਰਿਹਾ ਹੈ। ਸੰਤ ਜਨਾਂ ਕੈ ਹਿਰਦੈ ਸਭ ਧਰਮ। ਸੰਤ ਜਨ ਦੇ ਹਿਰਦੇ ਸਾਰੇ ਧਰਮ ਹੁੰਦੇ ਨੇ, ਭਾਵ ਧਰਮ ਦੇ ਸਾਰੇ ਗੁਣ ਹੁੰਦੇ ਨੇ, ਸ਼ੁਭ ਗੁਣ। ਧਰਮ ਕਿਹਨੂੰ ਕਹਿੰਦੇ ਨੇ? ਸ਼ੁਭ ਗੁਣਾਂ ਦੇ ਸੰਗ੍ਰਹਿ ਨੂੰ ਧਰਮ ਕਹਿੰਦੇ। ਸ਼ੁਭ ਗੁਣਾਂ ਦੇ ਸੰਗ੍ਰਹਿ ਨੂੰ ਧਰਮ ਕਿਹਾ ਜਾਂਦਾ। ਦੇਖਣ ਨੂੰ ਬੰਦਾ ਧਾਰਮਿਕ ਹੋਵੇ ਤੇ ਹੋਵੇ ਔਗਣਿਆਰਾ, ਹੋਵੇ ਔਗਣਿਆਰਾ, ਤਾਂ ਅਸੀਂ ਉਸਨੂੰ ਧਾਰਮਿਕ ਨਹੀਂ ਕਹਿ ਸਕਦੇ। ਉਹਦਾ ਪਹਿਰਾਵਾ ਜ਼ਰੂਰ ਧਾਰਮਿਕ ਹੈਗਾ। ਸੰਤ ਜਨਾਂ ਦੇ ਹਿਰਦੇ 'ਚ ਧਰਮ ਦੇ ਸਾਰੇ ਗੁਣ ਹੁੰਦੇ ਨੇ। ਸੰਤ ਜਨਾਂ ਸੁਣੇ ਸ਼ੁਭ ਬਚਨ। ਜਿਹੜੇ ਸੰਤ ਜਨ ਨੇ ਉਹ ਹਮੇਸ਼ਾ ਸ਼ੁਭ ਬਚਨ ਸੁਣਦੇ ਨੇ। ਉਹ ਗੰਦ ਮੰਦ ਨਹੀਂ ਸੁਣਦੇ, ਉਹ ਗੰਦੀਆਂ ਮੰਦੀਆਂ ਗੱਲਾਂ ਨਹੀਂ ਸੁਣਦੇ, ਨਾ ਉਹ ਗੰਦ ਮੰਦ ਵੇਖਦੇ ਨੇ। ਕਿਉਂ? ਅੱਖਾਂ ਪਵਿੱਤਰ ਹੋ ਗਈਆਂ ਨੇ। ਜਿਵੇਂ ਤੁਸੀਂ ਸਾਫ਼ ਥਾਂ 'ਤੇ ਰਹਿਣ ਲੱਗ ਜਾਓ, ਤੁਹਾਨੂੰ ਗੰਦਗੀ ਚੰਗੀ ਨਹੀਂ ਲੱਗੇਗੀ। ਅਜੇ ਅਸੀਂ ਬਾਹਰੋਂ ਸਾਫ਼ ਰਹਿਣਾ, ਸਾਡੇ ਅੰਦਰ ਗੰਦਗੀ ਹੈ, ਇਸ ਲਈ ਥਾਂ ਥਾਂ 'ਤੇ ਅਸੀਂ ਗੰਦ ਪਾਉਂਦੇ ਹਾਂ। ਲਿਫਾਫੇ 'ਚ ਕੋਈ ਖਾ ਰਹੇ, ਜੀ ਕਿਤੇ ਗਲੀ 'ਚ ਸੁੱਟਦਾ ਲਿਫਾਫਾ, ਗੰਦ ਪਾ ਦੇਣਾ। ਕਿਉਂ ਪਾਇਆ? ਕਿਉਂਕਿ ਅੰਦਰ ਗੰਦਗੀ ਹੈ। ਜਦੋਂ ਅੰਦਰ ਗੰਦਗੀ ਹੋਵੇਗੀ ਤਾਂ ਬਾਹਰ ਗੰਦਗੀ ਭੈੜੀ ਨਹੀਂ ਲੱਗਦੀ। ਜਿਹਨੂੰ ਬਾਹਰਲੀ ਗੰਦਗੀ ਭੈੜੀ ਲੱਗਣ ਲੱਗ ਜਾਏ ਨਾ, ਸਮਝੋ ਉਹਦੇ ਅੰਦਰ ਹੁਣ ਗੰਦਗੀ ਨਹੀਂ ਰਹੀ, ਉਹ ਗੰਦਗੀ ਪਾਏਗਾ ਹੀ ਨਹੀਂ। ਉਹ ਗੰਦਗੀ ਨਹੀਂ ਪਾਵੇਗਾ, ਉਹ ਗਲੀਆਂ 'ਚ ਨਹੀਂ ਗੰਦ ਸੁੱਟੇਗਾ, ਸਗੋਂ ਘਰ ਆ ਕੇ ਡਸਟਬਿਨ ਸੁੱਟੇਗਾ। ਪਰ ਇੱਥੇ ਸਾਡਾ ਸੇਵਾਦਾਰ ਝਾੜੂ ਫੇਰ ਕੇ ਜਾਂਦਾ, ਜਵਾਕ ਜੇ ਲੰਘਦੇ ਨੇ ਖਾਰ ਲਿਫਾਫਾ ਉੱਥੇ ਸੁੱਟ ਜਾਂਦੇ ਗਲੀਆਂ 'ਚ। ਨਾ ਮਾਂ ਪਿਓ ਨੇ ਚੱਜ ਸਿਖਾਇਆ ਅਤੇ ਨਾ ਉਹਨਾਂ ਨੇ ਕਿਤੇ ਸਿੱਖਣ ਦੀ ਕੋਸ਼ਿਸ਼ ਕੀਤੀ। ਚੱਜ ਉਈਓ ਹੀ ਨਹੀਂ ਆਉਂਦਾ, ਚੱਜ ਸਿਖਾਇਆ ਜਾਂਦਾ। ਮੇਰੀ ਗੁੱਡ ਲੱਗ ਰਹੀ ਹੈ, ਮੈਂ ਐਸੇ ਭਰਾ ਦੇ ਕੋਲ ਰਹਿ ਕੇ ਪੜ੍ਹਿਆ ਹੋਇਆ ਹਾਂ। ਜਦੋਂ ਮੈਂ ਹੱਥ ਧੋਣਾ ਨਾ, ਕਿ ਹੁਣ ਘਰਾਂ 'ਚ ਮੈਂ ਪ੍ਰਸ਼ਾਦਾ ਛਕਣ ਜਾਂਦਾ, ਕੋਈ ਇੱਥੇ ਲਿਆ ਕੇ ਛਕਾਉਂਦਾ ਹੈ, ਕਈ ਚਿੱਟਾ ਤੌਲੀਆ ਦੇ ਦਿੰਦੇ ਨੇ। ਛੋਟਿਆਂ ਦੇ ਮੈਨੂੰ ਭਰਾ ਨੇ ਕਹਿਣਾ, ਅਮੀਰ ਘਰ 'ਚ ਜਦੋਂ ਨਾ ਆਮ ਤੌਰ 'ਤੇ ਚਿੱਟਾ ਤੌਲੀਆ ਦਿੰਦੇ ਨੇ, ਗਰੀਬ ਜਿਹੜਾ ਰੰਗਦਾਰ ਦਿੰਦੇ। ਹੁਣ ਚਿੱਟਾ ਤੌਲੀਆ ਜੇ ਤੇਰੇ ਹੱਥ ਪੂਰੀ ਤਰ੍ਹਾਂ ਨਹੀਂ ਧੋਤੇ ਹੋਏ, ਉਸ ਨੂੰ ਕੋਈ ਥੋੜ੍ਹੀ ਬਹੁਤੀ ਜੇ ਸਬਜ਼ੀ ਲੱਗੀ ਹੋਈ ਹੈ, ਜਦੋਂ ਤੂੰ ਉਸ ਤੌਲੀ ਨਾਲ ਪੂੰਝੇਗਾ ਨਾ, ਉਹਨਾਂ ਦੇ ਤੌਲੀਏ ਨੂੰ ਦਾਗ ਲੱਗ ਜਾਏਗਾ। ਨਹੀਂ, ਹੱਥ ਪੂੰਝਣੇ ਨਹੀਂ, ਹੱਥ ਸੁਕਾਣੇ ਨੇ। ਐਂ ਤੌਲੀਏ ਨਾਲ ਐਂ ਨਹੀਂ ਕਰਨਾ, ਸੁਕਾਣੇ ਨੇ ਤਾਂ ਜੋ ਉਹਨਾਂ ਦੇ ਤੌਲੀਏ ਖਰਾਬ ਨਾ ਹੋਵੇ। ਮਤਲਬ ਤੇ ਹੱਥ ਸੁਕਾਉਣ ਤੋਂ ਹੀ। ਕੀ ਤੁਹਾਡੇ ਮਾਂ ਭੈਣ ਭਰਾ ਨੇ, ਤੁਸੀਂ ਇੰਨੀ ਉਮਰ ਦੇ ਹੋ, ਕਿਸੇ ਨੇ ਸਿਖਾਇਆ ਤੁਹਾਨੂੰ ਬਿਸਤਰਾ ਕਰਨਾ? ਉਹਨਾਂ ਸਿਖਾਇਆ ਮੈਨੂੰ, ਕਹਿੰਦੇ ਭਾਈ ਜੇ ਤੱਕ ਕਿਦਾ ਦਰਵਾਜ਼ਾ ਬੰਦ ਹੈ ਉਦੋਂ ਬੈਲ ਨਹੀਂ ਸੀ ਹੋਇਆ ਕਰਦੀ, ਆਵਾਜ਼ ਮਾਰੋ। ਜਿੰਨਾ ਚਿਰ ਅੰਦਰੋਂ ਨਹੀਂ ਬੋਲਦੇ ਮਤ ਅੰਦਰ ਜਾਓ। ਉਹ ਅੰਦਰੋਂ ਬੋਲਿਆ, ਜਦੋਂ ਕਹੇਗਾ ਜੀ ਆ ਜਾਓ, ਫਿਰ ਤੇ ਆ ਜਾਓ। ਜੋ ਕਹੇ ਰੁਕ ਜਾਓ, ਮੈਂ ਆ ਰਿਹਾ, ਉੱਥੇ ਰੁਕ ਜਾਓ। ਜੇ ਦਰਵਾਜ਼ਾ ਖੁੱਲ੍ਹਾ ਤੁਹਾਨੂੰ ਮਿਲਿਆ ਤਾਂ ਵੀ ਦਰਵਾਜ਼ਾ ਖੜਕਾਓ। ਖੁੱਲ੍ਹਾ ਮਿਲੇ ਵਾਪਸ ਆਉਂਦੇ ਖੁੱਲ੍ਹਾ ਛੱਡ ਕੇ ਜਾਓ, ਬੰਦ ਮਿਲੇ ਵਾਪਸ ਆਉਂਦੇ ਬੰਦ ਕਰਕੇ ਆਓ। ਇਹ ਨਹੀਂ ਹੈਗਾ ਕਿ ਤੁਸੀਂ ਆਉਂਦੇ ਹੋਏ ਖੋਲ੍ਹ ਜਾਓ ਅਤੇ ਫਿਰ ਉਹ ਵਿਚਾਰਾ ਬਾਹਰ ਨਿਕਲੇ ਬੰਦ ਕਰਨਾ। ਬਾਕੀ ਗੱਲਾਂ ਫਿਰ ਕਦੇ ਦੱਸਾਂਗਾ, ਕਿਉਂਕਿ ਅਜੇ ਸਾਡੀ ਇੱਕ ਕਥਾ ਚੱਲ ਰਹੀ ਹੈ
ਤੇ ਜੇ ਇੱਕੋ ਦਿਨ ਸਾਰੀਆਂ ਗੱਲਾਂ ਤਾਂ ਤੁਹਾਨੂੰ ਯਾਦ ਹੀ ਨਹੀਂ ਰਹਿਣੀ, ਇੱਕ ਇੱਕ ਦੋ ਦੋ ਕਰਕੇ ਦੱਸਾਂਗੇ, ਸ਼ਾਇਦ ਦਿਮਾਗ 'ਚ ਕੋਈ ਗੱਲ ਬਹਿ ਜੇ। ਸੋ ਗੁਰੂ ਮਹਾਰਾਜ ਕਹਿੰਦੇ ਨੇ ਸੰਤ ਜਨਾਂ ਸੁਣੇ ਸ਼ੁਭ ਬਚਨ। ਜਿਹੜੇ ਸੰਤ ਜਨ ਹੁੰਦੇ ਨੇ ਉਹ ਸ਼ੁਭ ਬਚਨ ਸੁਣਦੇ ਨੇ। ਸਰਬ ਵਿਆਪੀ ਰਾਮ ਸੰਗ ਰਚਨ। ਉਹ ਪਰਮਾਤਮਾ ਜੋ ਸਰਬ ਵਿਆਪੀ ਹੈ, ਜੋ ਸਭ ਥਾਵਾਂ 'ਤੇ ਹੈ, ਉਹਦੇ ਰਾਮ ਸੰਗ ਰਚਨ, ਉਸ ਪਰਮਾਤਮਾ ਦੇ ਨਾਲ ਉਹ ਰਚ ਮਿਚ ਜਾਂਦੇ ਹਨ। ਕੌਣ ਦੂਜੇ ਥਾਂ 'ਤੇ ਦੂਜਿਆਂ ਲੋਕਾਂ ਜਾ ਕੇ ਰਚ ਮਿਚ ਜਾਂਦਾ ਹੈ ਜਦੋਂ ਸੁਭਾਅ ਇੱਕੋ ਜਿਹਾ ਹੋ ਜਾਏ। ਪਹਿਲਾ ਬੰਦਾ ਓਪਰਾ ਓਪਰਾ ਮਹਿਸੂਸ ਕਰਦਾ, ਕੋਈ ਦਿਨ ਉੱਥੇ ਰਹਿ ਕੇ ਸਾਨੂੰ ਉਹਨਾਂ ਦੇ ਸੁਭਾਅ ਦਾ ਪਤਾ ਲੱਗ ਜਾਂਦਾ। ਅਸੀਂ ਆਪਣੇ ਆਪ ਨੂੰ ਉਹਨਾਂ ਦੇ ਸੁਭਾਅ ਦੀ ਅਨੁਸਾਰ ਕਰ ਲੈਂਦੇ ਹਾਂ, ਫਿਰ ਰਚ ਮਿਚ ਜਾਂਦੇ ਹਾਂ, ਫਿਰ ਜੀ ਲੱਗਦਾ। ਬੀਬੀ ਵਿਆਹੀ ਗਈ ਹੈ, ਬਿਲਕੁਲ ਓਪਰਾ ਘਰ ਹੈ, ਜੀ ਸਾਰੇ ਓਪਰੇ ਨੇ, ਉਹਨੂੰ ਰਚਨ ਮਿਚਣ 'ਤੇ ਕੁਝ ਸਮਾਂ ਲੱਗੇਗਾ। ਹੌਲੀ ਹੌਲੀ ਉਹਨੂੰ ਆਪਣੇ ਪਤੀ ਦਾ, ਉਹਦੇ ਭਰਾਵਾਂ ਦਾ, ਮਾਤਾ ਪਿਤਾ ਦੇ ਸੁਭਾਅ ਦਾ, ਖਾਣ ਪੀਣ ਦਾ, ਪਹਿਨਣ ਦਾ ਹੌਲੀ ਹੌਲੀ ਪਤਾ ਲੱਗੇਗਾ। ਫਿਰ ਉਹ ਸਮਝ ਜਾਏਗੀ, ਫਿਰ ਹੌਲੀ ਹੌਲੀ ਪਰਿਵਾਰ 'ਚ ਰਚ ਮਿਚ ਜਾਵੇਗੀ ਅਤੇ ਫਿਰ ਸਭ ਕੁਝ ਠੀਕ ਹੋ ਜਾਏਗਾ। ਇਸ ਤਰ੍ਹਾਂ ਜਿਹੜੇ ਸੰਤ ਜਨ ਨੇ ਨਾ, ਉਹ ਪਰਮਾਤਮਾ ਦੇ ਨਾਲ ਰਚੇ ਮਿਚੇ ਹੁੰਦੇ ਹਨ। ਜਿਨ ਜਾਤਾ ਤਿਸ ਕੀਏ ਰਹਿਤ। ਜਿਨ੍ਹਾਂ ਨੇ ਪਰਮਾਤਮਾ ਨੂੰ ਜਾਣ ਲਿਆ, ਉਹਨਾਂ ਦੀ ਰਹਿਤ ਜਿਹੜੀ ਹੈ, ਰਹਿਣੀ ਬਹਿਣੀ, ਉਹ ਇਹੋ ਜਿਹੀ ਹੋ ਜਾਂਦੀ ਹੈ ਜਿਹੋ ਜਿਹੀ ਉੱਪਰ ਵਰਣਨ ਕੀਤੀ ਹੈ। ਸਤ ਬਚਨ ਸਾਧੂ ਸਭ ਕਹਿਤ। ਸਾਰੇ ਸਾਧੂ ਸਤ ਬਚਨ ਕਹਿੰਦੇ ਨੇ, ਉਹ ਝੂਠ ਨਹੀਂ ਬੋਲਦੇ। ਬ੍ਰਹਮ ਗਿਆਨੀ ਕਦੇ ਝੂਠ ਨਹੀਂ ਬੋਲਿਆ ਕਰਦਾ। ਝੂਠ ਕੌਣ ਬੋਲਦਾ ਹੈ? ਜਿਹੜਾ ਮਨ ਦੀ ਵਰਤੋਂ ਕਰ ਰਿਹਾ। ਬ੍ਰਹਮ ਗਿਆਨੀ ਮਨ ਦੀ ਵਰਤੋਂ ਹੀ ਨਹੀਂ ਕਰਦਾ। ਉਹ ਮਨ ਦੀ ਵਰਤੋਂ ਨਹੀਂ ਕਰਦਾ, ਉਹ ਤੇ ਪਰਮਾਤਮਾ ਜੋ ਕਹਿੰਦਾ ਉਵੇਂ ਕਰਦਾ ਹੈ। ਆਪਣੀ ਮੱਤ ਤੇ ਉਹਦੀ ਖਤਮ ਹੋ ਜਾਂਦੀ ਹੈ, ਉਹ 'ਚ ਰੱਬੀ ਮੱਤ ਹੋ ਜਾਂਦੀ ਹੈ। ਬ੍ਰਹਮ ਗਿਆਨ ਹੋ ਗਿਆ, ਬ੍ਰਹਮ ਗਿਆਨੀ ਹੋ ਗਿਆ, ਬ੍ਰਹਮੀ ਮੱਤ ਉਹਦੀ ਹੋ ਗਈ, ਰੱਬੀ ਮੱਤ ਹੁੰਦੀ ਉਹਦੀ। ਜਿਵੇਂ ਗੁਰੂਆਂ ਦੀ ਮੱਤ ਰੱਬੀ ਮੱਤ ਹੈ, ਅਤੇ ਜਿਹੜਾ ਬਾਣੀ ਦੇ ਅਨੁਸਾਰ ਜੀਵਨ ਜਿਵੇਗਾ ਨਾ, ਉਹਦੀ ਵੀ ਰੱਬੀ ਮੱਤ ਹੋ ਜਾਏਗੀ। ਇਸ ਲਈ ਉਹ ਸਤ ਬਚਨ ਕਹਿੰਦੇ। ਸਤ ਬਚਨ ਸਾਧੂ ਸਭ ਕਹਿਤ। ਸਾਰੇ ਸਾਧੂ ਸੱਚ ਬੋਲਦੇ ਹਨ। ਜੋ ਜੋ ਹੋਏ ਸੋਈ ਸੁਖ ਮੰਨੈ। ਸਾਧੂ ਕੀ ਕਰਦਾ? ਜੋ ਹੋ ਰਿਹਾ ਉਹਨੂੰ ਸੁੱਖ ਕਰਕੇ ਮੰਨਦਾ। ਜੋ ਹੋ ਰਿਹਾ ਠੀਕ ਹੋ ਰਿਹਾ। ਉਹਨੂੰ ਪਤਾ ਹੈ ਕਿ ਪਰਮਾਤਮਾ ਗਲਤ ਕਰਦਾ ਹੀ ਨਹੀਂ ਹੈ। ਪਰਮਾਤਮਾ ਜੋ ਕਰ ਰਿਹਾ ਠੀਕ ਕਰ ਰਿਹਾ। ਜਦੋਂ ਅਸੀਂ ਆਪਣੀ ਮੱਤ ਵਰਤਾਂਗੇ, ਫਿਰ ਕਹਾਂਗੇ ਆਹ ਠੀਕ ਹੈ, ਆਹ ਗਲਤ ਹੈ, ਰੱਬ ਨੂੰ ਐਂ ਕਰਨਾ ਚਾਹੀਦਾ ਸੀ, ਐਂ ਨਹੀਂ ਸੀ ਕਰਨਾ ਚਾਹੀਦਾ। ਰੱਬ ਨੇ ਸਾਡੇ ਅਨੁਸਾਰ ਨਹੀਂ ਚੱਲਣਾ, ਖਿਆਲ ਰੱਖਣਾ। ਨਾ ਗੁਰੂ ਮਹਾਰਾਜ ਨੇ ਸਾਡੇ ਅਨੁਸਾਰ ਚੱਲਣਾ। ਸਿੱਖ ਨੂੰ ਗਿਆਨ ਨਹੀਂ, ਸਿੱਖ ਗੁਰੂ ਨੂੰ ਵੀ ਆਪਣੇ ਅਨੁਸਾਰ ਚਲਾਉਣਾ ਚਾਹੁੰਦਾ। ਆਪਣੀ ਮਨ ਮੰਨਦਾ ਨਾ, ਫਿਰ ਆਪਣੇ ਅਨੁਸਾਰ ਹੀ ਚਲਾਉਣਾ ਨਾ। ਸਿੱਖ ਨੇ ਤੇ ਗੁਰੂ ਦੀ ਮੰਨਣੀ ਹੈ। ਸਿੱਖ ਸਾਰਾ ਜ਼ੋਰ ਲਾ ਰਿਹਾ ਆਪਣੀ ਮਨਵਾਉਣ 'ਤੇ। ਇੱਥੇ ਹੀ ਗੜਬੜ ਹੈ। ਸਿੱਖ ਦਾ ਫਰਜ਼ ਬਣਦਾ ਗੁਰੂ ਦੀ ਗੱਲ ਮੰਨਣਾ, ਪਰ ਅੱਜ ਦਾ ਸਿੱਖ ਆਪਣੀ ਗੱਲ ਗੁਰੂ ਤੋਂ ਮਨਵਾਉਣਾ ਚਾਹੁੰਦਾ ਹੈ। ਪੈਸੇ ਲੈ ਕੇ ਗੁਰੂ ਮੰਨਦਾ ਤਾਂ ਵੀ ਠੀਕ ਹੈ, ਦੇਗ ਕਰਾ ਕੇ ਮੰਨਦਾ ਤਾਂ ਵੀ ਠੀਕ ਹੈ, ਅਖੰਡ ਕਰਵਾ ਕੇ ਮੰਨਦਾ ਤਾਂ ਵੀ ਠੀਕ ਹੈ, ਕੋਈ ਚੰਦੋਆ ਚੜ੍ਹਾ ਕੇ ਮੰਨਦਾ ਤਾਂ ਵੀ ਠੀਕ ਹੈ, ਜੇ ਰੁਮਾਲਾ ਸਾਹਿਬ ਨਾਲ ਮੰਨਦਾ ਤਾਂ ਵੀ ਠੀਕ ਹੈ। 99% ਲੋਕ ਗੁਰੂ ਤੋਂ ਆਪਣੀ ਗੱਲ ਮਨਵਾਉਂਦੇ ਹਨ। ਉਹਦੀ ਮੰਨਣ ਨੂੰ ਤਾਂ ਕੋਈ ਤਿਆਰ ਹੀ ਨਹੀਂ ਹੈ। ਉਹਦੀ ਗੱਲ ਮੰਨਣ ਨੂੰ ਤਾਂ ਕੋਈ ਤਿਆਰ ਹੀ ਨਹੀਂ ਹੈ। ਇਹ ਕਲਯੁਗ ਹੈ, ਹੋ ਗਿਆ ਨਾ, ਸੋਚ ਹੀ ਉਲਟੀ ਹੋ ਗਈ। ਸੋਚ ਉਲਟੀ ਹੋ ਗਈ ਹੈ ਵੀ ਕਿੱਥੇ ਅਸੀਂ ਗੁਰੂ ਦੀ ਗੱਲ ਮੰਨੀਏ, ਕਿੱਥੇ ਅਸੀਂ ਆਪਣੀ ਗੱਲ ਮਨਵਾ ਰਹੇ। ਗੁਰੂ ਨੂੰ ਬੇਨਤੀ ਤਾਂ ਕੀਤੀ ਜਾ ਸਕਦੀ ਹੈ, ਉਹਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ, ਮਜਬੂਰ ਨਹੀਂ ਕੀਤਾ ਜਾ ਸਕਦਾ। ਗੁਰੂ ਮਹਾਰਾਜ ਨੇ ਸਾਡੇ ਅਨੁਸਾਰ ਨਹੀਂ ਚੱਲਣਾ, ਨਾ ਪਰਮਾਤਮਾ ਨੇ ਸਾਡੇ ਅਨੁਸਾਰ ਚੱਲਣਾ। ਸਾਨੂੰ ਉਹਨਾਂ ਅਨੁਸਾਰ ਚੱਲਣਾ ਚਾਹੀਦਾ ਹੈ। ਇਸ ਲਈ ਜੋ ਜੋ ਹੋਏ ਸੋਈ ਸੁਖ ਮੰਨੈ। ਇਸ ਲਈ ਜੋ ਵੀ ਹੋ ਰਿਹਾ ਹੈ,
ਜਿਹੜਾ ਸੰਤ ਹੈ ਉਹਨੂੰ ਸੁੱਖ ਕਰਕੇ ਮੰਨਦਾ, ਠੀਕ ਕਰਕੇ ਮੰਨਦਾ। ਕਰਨ ਕਰਾਵਨ ਹਾਰ ਪ੍ਰਭ ਜਨ, ਉਹਨੂੰ ਪਤਾ ਕਿ ਪ੍ਰਮਾਤਮਾ ਜਿਹੜਾ ਇਹ ਕਰਨ ਵਾਲਾ ਵੀ ਹੈ ਅਤੇ ਕਰਾਉਣ ਵਾਲਾ ਵੀ ਹੈ। ਪਰਮਾਤਮਾ ਜੋ ਚਾਹੇ ਕਰ ਸਕਦਾ ਹੈ, ਜੋ ਚਾਹੇ ਜੀਵ ਤੋਂ ਕਰਵਾ ਸਕਦਾ ਹੈ। ਉਹਨੇ ਤਾਂ ਆਪਣੀ ਸੱਤੇ ਦੇਣੀ। ਕੀੜੀ ਮੈਂ ਕੱਲ ਰੱਖ, ਜੇ ਇੱਕ ਕੀੜੀ ਦੇ ਵਿੱਚ ਵੀ ਆਪਣੀ ਸ਼ਕਤੀ ਰੱਖ ਦੇਣਾ, ਭਸਮ ਕਰੇ ਕੋਟ ਲੱਖ ਲੱਖਾਂ ਕਰੋੜਾਂ ਫੌਜਾਂ ਦਾ ਭਸਮ ਕਰ ਦਿੰਦੇ, ਸਵਾਹ ਬਣਾ ਦੇਣ ਸੜਕੇ। ਉਹ ਕਰ ਵੀ ਸਕਦਾ ਹੈ, ਉਹ ਕਰਵਾ ਵੀ ਸਕਦਾ ਹੈ। ਅੰਤਰ ਬਸੇ ਬਾਹਰ ਵੀ ਉਹੀ। ਪਰਮਾਤਮਾ ਅੰਦਰ ਹੀ ਵਸ ਰਿਹਾ ਅਤੇ ਉਹੀ ਬਾਹਰ ਵੀ ਵਸ ਰਿਹਾ ਹੈ। ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਵੀ ਹੈ। ਨਾਨਕ ਦਰਸ਼ਨ ਦੇਖ ਸਭ ਮੋਹੀ। ਸੋ ਜਿਹੜਾ ਵੀ ਪਰਮਾਤਮਾ ਦਾ ਦਰਸ਼ਨ ਕਰਦਾ ਉਹੀ ਮੋਹਿਆ ਜਾਂਦਾ ਹੈ, ਉਹਦਾ ਹੀ ਹੋ ਜਾਂਦਾ, ਪਿਆਰ ਉਹਦੇ ਨਾਲ ਹੋ ਜਾਂਦਾ। ਆਪ ਸਤ ਕੀਆ ਸਭ ਸਤ। ਪਰਮਾਤਮਾ ਆਪ ਸਤ ਹੈ। ਸਤ ਹੁੰਦਾ ਸਦੀਵੀ, ਅਸਤ ਹੁੰਦਾ ਜਿਹੜਾ ਨਾਸ਼ਵਾਨ ਹੋਵੇ। ਸਤ ਦਾ ਵਿਰੋਧੀ ਸ਼ਬਦ ਕੂੜ ਵੀ ਗੁਰਬਾਣੀ 'ਚ ਲਿਖਿਆ ਹੋਇਆ। ਸਤ ਸਦਾ ਰਹਿਣ ਵਾਲਾ, ਕੂੜ ਨਾਸ ਹੋ ਜਾਣ ਵਾਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਉਹ ਨਾਸ ਹੋਣ ਵਾਲੇ ਹਨ। ਪਰਮਾਤਮਾ ਸਤ ਹੈ। ਆਪ ਸਤ ਕੀਆ ਸਭ ਸਤ। ਉਹ ਆਪ ਸਤ ਹੈ ਅਤੇ ਜੋ ਉਸਨੇ ਕੀਤਾ ਉਹ ਵੀ ਸਤ ਹੈ। ਉਹਦੀ ਕਿਸੇ ਬਣਾਈ ਹੋਈ ਚੀਜ਼ ਨੂੰ ਅਸੀਂ ਝੂਠੀ ਨਹੀਂ ਕਹਿ ਸਕਦੇ। ਸੱਤ ਨੇ ਤਾਂ ਸੱਚ ਹੀ ਕਰਨਾ, ਸੱਚੇ ਨੇ ਤਾਂ ਸੱਚ ਹੀ ਬੋਲਣਾ, ਅਤੇ ਝੂਠੇ ਨੇ ਝੂਠ ਬੋਲਣਾ ਹੁੰਦਾ। ਸਤ ਜੋ ਕਰਦਾ ਸੱਚ ਹੀ ਕਰਦਾ। ਤਿਸ ਪ੍ਰਭ ਤੇ ਸਗਲੀ ਉਤਪਤ। ਹਿੰਦੀ ਉਤਪਤੀ ਸਪੈਲਿੰਗ ਹਿੰਦੀ ਵਾਲੇ ਨੇ, ਪਰ ਗੁਰਬਾਣੀ 'ਚ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ, ਜਿਵੇਂ ਤਿੰਨ ਸਿਹਾਰੀ ਨਹੀਂ ਬੋਲਦੀ, ਇਸ ਲਈ ਪੜ੍ਹਨਾ ਉਤਪਤ। ਤਿਸ ਪ੍ਰਭ ਤੇ ਸਗਲੀ ਉਤਪਤ। ਸਾਰੀ ਉਤਪਤੀ ਉਸ ਪਰਮਾਤਮਾ ਤੋਂ ਹੀ ਹੋਈ ਹੈ। ਜੋ ਉਤਪਤੀ ਦੀ ਪੈਦਾਇਸ਼, ਜੋ ਵੀ ਪੈਦਾ ਹੋਇਆ ਹੈ ਉਹ ਸਾਰਾ ਪਰਮਾਤਮਾ ਤੋਂ ਹੀ ਪੈਦਾ ਹੋਇਆ ਹੈ। ਤਿਸ ਭਾਵੈ ਤਾਂ ਕਰੇ ਵਿਸਥਾਰ। ਜਦੋਂ ਉਹਨੂੰ ਚੰਗਾ ਲੱਗਦਾ ਸ੍ਰਿਸ਼ਟੀ ਬਣਾਉਂਦਾ, ਸਾਰਾ ਵਿਸਤਾਰ ਕਰ ਦਿੰਦਾ। ਜਦੋਂ ਉਹਦੀ ਮਰਜ਼ੀ। ਪਹਿਲਾਂ ਪਰਮਾਤਮਾ ਨਿਰੰਕਾਰ ਹੀ ਸੀ, ਉਹ ਨਿਰੰਕਾਰ ਸੀ, ਉਹ ਆਪਣੇ ਆਪ ਵਿੱਚ ਸੀ। ਫਿਰ ਉਹਦੀ ਇੱਛਾ ਹੋਈ ਕਿ ਮੈਂ ਸੰਸਾਰ ਬਣਾਵਾਂ, ਅਤੇ ਫਿਰ ਉਹਨੇ ਉਤਪਤੀ ਕਰਤੀ, ਸੰਸਾਰ ਬਣਾਤਾ। ਗੁਰਬਾਣੀ ਕਹਿੰਦੇ ਪਤਾ ਹੀ ਨਹੀਂ ਕਿੰਨਾ ਸਮਾਂ ਪਰਮਾਤਮਾ ਆਪਣੇ ਇੱਕੋ ਸਰੂਪ 'ਚ ਹੀ ਰਿਹਾ। ਫਿਰ ਉਹਦੇ ਸਰੂਪ ਤੋਂ ਆ ਸਾਰਾ ਕੁਛ ਬਣਿਆ ਹੈ। ਇਸ ਲਈ ਕਹਿੰਦੇ ਤਿਸ ਭਾਵੈ ਤਾਂ ਕਰੇ ਵਿਸਥਾਰ। ਜੇ ਉਹਨੂੰ ਚੰਗਾ ਲੱਗੇ ਤਾਂ ਇਹ ਸੰਸਾਰ ਦਾ ਵਿਸਥਾਰ ਕਰਦਾ, ਸੰਸਾਰ ਬਣਾਉਂਦਾ, ਸ੍ਰਿਸ਼ਟੀ ਬਣਾਉਂਦਾ। ਤਿਸ ਭਾਵੈ ਤਾਂ ਏਕੰਕਾਰ। ਅਤੇ ਜੇ ਉਹਨੂੰ ਚੰਗਾ ਲੱਗੇ ਤਾਂ ਫਿਰ ਇੱਕ ਹੋ ਜਾਂਦਾ, ਸਾਰੀ ਸ੍ਰਿਸ਼ਟੀ ਸਮੇਟ ਦਿੰਦਾ ਅਤੇ ਇਕੱਲਾ ਆਪ ਹੀ ਰਹਿ ਜਾਂਦਾ। ਗੁਰਬਾਣੀ ਕਈ ਵਾਰ ਪਸਰਿਓ ਪਾਸਾਰਾ। ਇਹ ਜਿਹੜਾ ਪਸਾਰਾ ਹੈ ਸ੍ਰਿਸ਼ਟੀ ਦਾ, ਕਦੇ ਕਈ ਵਾਰ ਪਸਰਿਆ। ਕਈ ਵਾਰੀ ਸ੍ਰਿਸ਼ਟੀ ਬਣੀ, ਪਰਮਾਤਮਾ ਨੇ ਲੈ ਕਰਤੀ, ਫਿਰ ਬਣਾਤੀ, ਫਿਰ ਲੈ ਕਰਤੀ, ਫਿਰ ਬਣਾਤੀ, ਫਿਰ ਲੈ ਕਰਤੀ। ਕਈ ਵਾਰ ਪਸਰਿਓ ਪਾਸਾਰਾ। ਇਹ ਜਿਹੜਾ ਪਸਾਰਾ ਸਾਨੂੰ ਇਹਨਾਂ ਅੱਖਾਂ ਨਾਲ ਵਿਖਾਈ ਦੇ ਰਿਹਾ, ਇਹ ਤਾਂ ਕਈ ਵਾਰ ਬਣਿਆ ਅਤੇ ਖਤਮ ਹੋਇਆ। ਕਿਉਂਕਿ ਉਹੀ ਬਣਾਉਣ ਵਾਲਾ, ਉਹੀ ਢਾਉਣ ਵਾਲਾ। ਅਸੀਂ ਨਾ ਬਣਾ ਸਕਦੇ ਹਾਂ, ਨਾ ਢਾ ਸਕਦੇ ਹਾਂ। ਅਸੀਂ ਨਾ ਤਾਂ ਇਹ ਪਸਾਰਾ ਬਣਾ ਸਕਦੇ ਹਾਂ, ਨਾ ਇਸ ਪਸਾਰੇ ਨੂੰ ਢਾ ਸਕਦੇ ਹਾਂ। ਅਨੇਕ ਕਲਾ ਲਖੀ ਨਹਿ ਜਾਏ। ਉਹਦੀ ਜਿਹੜੀ ਸ਼ਕਤੀ ਹੈ ਅਨੇਕਾਂ ਪ੍ਰਕਾਰ ਦੀ ਹੈ, ਪਰ ਉਹਦੀ ਸ਼ਕਤੀ ਲਖੀ ਨਹੀਂ ਜਾ ਸਕਦੀ, ਦੇਖੀ ਨਹੀਂ ਜਾ ਸਕਦੀ, ਅਨੁਭਵ ਨਹੀਂ ਕੀਤੀ ਜਾ ਸਕਦੀ। ਬਿਜਲੀ ਹੈ, ਬਿਜਲੀ ਦੀ ਤਾਰ ਤਾਂ ਦਿਸਦੀ ਹੈ, ਪਰ ਉਹਦੇ ਵਿੱਚ ਜਿਹੜੀ ਬਿਜਲੀ ਕਰੰਟ ਹੈ ਉਹ ਨਹੀਂ ਦਿਸਦੀ। ਤਾਰ ਤਾਂ ਦਿਸ ਰਹੀ ਹੈ, ਤਾਰ ਬਿਜਲੀ ਨਹੀਂ ਹੈ। ਆਪਾਂ ਕਹਿੰਦੇ ਬਿਜਲੀ ਦੀ ਤਾਰ ਕਹਿੰਦੇ, ਤਾਰ ਬਿਜਲੀ ਨਹੀਂ ਹੈ।
ਬਿਜਲੀ ਦੇ ਤਾਰ ਦੇ ਵਿੱਚ ਹੈ। ਤਾਰ ਬਿਜਲੀ ਨਹੀਂ ਤੇ ਬਿਜਲੀ ਤਾਰ ਨਹੀਂ। ਤਾਰ ਤੇ ਬਿਜਲੀ ਨੂੰ ਉਸ ਕਰੰਟ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦਾ ਸਾਧਨ ਹੈ, ਪਰ ਬਿਜਲੀ ਨਹੀਂ ਕਿਸੇ ਨੂੰ ਦਿਸਦੀ। ਹਾਂ, ਜੇ ਕਰੰਟ ਵੱਜਦਾ ਫਿਰ ਕਿ ਹਾਂ ਜੀ ਇਹਨੂੰ ਬਿਜਲੀ ਦਾ ਕਰੰਟ ਲੱਗ ਗਿਆ, ਉਹਦੇ ਪਤਾ ਲੱਗਦਾ ਵੀ ਲੱਗ ਗਿਆ, ਕੋਈ ਦਿਸਦੀ ਨਹੀਂ ਹੈ। ਬਹੁਤ ਸਾਰੀਆਂ ਚੀਜ਼ਾਂ ਹਨ ਦਿਸਿਆ ਨਹੀਂ ਕਰਦੀਆਂ, ਇਸ ਲਈ ਉਹਦੀ ਕਲਾ ਜਿਹੜੀ ਹੈ ਉਹ ਅਨੇਕਾਂ ਪ੍ਰਕਾਰ ਦੀ ਹੈ, ਪਰ ਦਿਖਾਈ ਨਹੀਂ ਦਿੰਦੇ। ਜਿਸ ਭਾਵ ਹੈ ਤਿਸ ਲਏ ਮਿਲਾਏ। ਜਿਹਨੂੰ ਪਰਮਾਤਮਾ ਚੰਗਾ ਸਮਝਦਾ ਆਪਣੇ ਨਾਲ ਮਿਲਾ ਲੈਂਦਾ ਹੈ। ਹਾਂ, ਜਦੋਂ ਜੀ ਕਰਦਾ ਆਪਣੇ ਨਾਲ ਮਿਲਾ ਲੈਂਦਾ ਹੈ। ਕਵਨ ਨਿਕਟ ਕਵਨ ਕਹੀਏ ਦੂਰ। ਕਿਸ ਨੂੰ ਉਹਦੇ ਨੇੜੇ ਕਹੀਏ, ਕਿਸ ਨੂੰ ਉਸ ਤੋਂ ਦੂਰ ਕਹੀਏ। ਨੇੜੇ ਵੀ ਆਪ ਹੈ, ਦੂਰ ਵੀ ਆਪ ਹੈ। ਆਪੇ ਆਪ ਆਪ ਭਰਪੂਰ। ਪਰਮਾਤਮਾ ਆਪਣੇ ਆਪ ਦੇ ਵਿੱਚ ਪਰਿਪੂਰਨ ਹੈ। ਪਰਮਾਤਮਾ ਆਪਣੇ ਆਪ 'ਚ ਵੀ ਵਸਦਾ ਹੈ ਅਤੇ ਜੋ ਦਿਖਾਈ ਦੇ ਰਿਹਾ ਉਹਦੇ 'ਚ ਵੀ ਵਸਦਾ ਹੈ। ਅੰਤਰਗਤ ਜਿਸ ਆਪ ਜਨਾਏ। ਅੰਤਰਗਤ ਅੰਦਰਲੀ ਅਵਸਥਾ। ਪਰਮਾਤਮਾ ਜਿਸ ਨੂੰ ਆਪਣੀ ਅੰਦਰਲੀ ਅਵਸਥਾ ਜਣਾਉਂਦਾ ਨਾ, ਨਾਨਕ ਤਿਸ ਜਨ ਆਪ ਬੁਝਾਏ। ਉਹਨੂੰ ਆਪ ਹੀ ਸੋਝੀ ਬਖਸ਼ਦਾ। ਜਿਸ ਨੂੰ ਉਹਨੇ ਆਪਣੇ ਆਪ ਨੂੰ ਜਣਾਉਣਾ ਹੁੰਦਾ ਕਿ ਮੈਂ ਕੀ ਹਾਂ, ਉਹਨੂੰ ਫਿਰ ਸੋਝੀ ਬਖਸ਼ਦਾ, ਉਹਨੂੰ ਹੀ ਸੋਝੀ ਬਖਸ਼ਦਾ ਹੈ। ਜਿਵੇਂ ਹੁੰਦਾ ਹੈ ਮੁਹੰਮਦ ਸਾਹਿਬ ਦਾ ਜਵਾਈ ਹੈ ਅਤੇ ਉਹਨਾਂ ਦਾ ਸਭ ਤੋਂ ਪਿਆਰਾ ਸੇਵਕ ਹੈ ਅਲੀ। ਗੜਵਈ ਵੀ ਹੈ ਜਿਵੇਂ ਚੌਥੇ ਪਾਤਸ਼ਾਹ, ਤੀਸਰੇ ਪਾਤਸ਼ਾਹ ਦੇ ਸੇਵਕ ਵੀ ਨੇ ਅਤੇ ਉਹਨਾਂ ਦੇ ਜਵਾਈ ਵੀ ਨੇ। ਇਸ ਤਰ੍ਹਾਂ ਅਲੀ ਵੀ ਮੁਹੰਮਦ ਸਾਹਿਬ ਦਾ ਜਵਾਈ ਵੀ ਹੈ ਅਤੇ ਸੇਵਕ ਵੀ ਹੈ। ਉਹ ਕਈ ਵਾਰੀ ਕਿਹਾ ਕਰੇ, ਮਹਾਰਾਜ ਜੀ ਮੈਨੂੰ ਅੱਲਾ ਦੇ ਦਰਸ਼ਨ ਕਰਾ ਦਿਓ। ਕਹਿੰਦੇ ਭਾਈ ਤੇਰੇ ਤਾਂ ਉਹਦੇ ਦਰਸ਼ਨ ਕਰਨ ਦੀ ਸਮਰੱਥਾ ਹੀ ਨਹੀਂ ਹੈ। ਉਹ ਕੋਈ ਛੋਟੀ ਮੋਟੀ ਹਸਤੀ ਥੋੜ੍ਹੀ ਹੈ। ਤੂੰ ਤੇ ਦਰਸ਼ਨ ਕਰ ਹੀ ਨਹੀਂ ਸਕਣੇ। ਨਹੀਂ ਜੀ, ਕਿਰਪਾ ਕਰੋ ਜੀ। ਉਹ ਕਹਿੰਦੇ ਅਲੀ ਤੇਰੀ ਕਮਾਈ ਥੋੜ੍ਹੀ ਹੈ, ਤੂੰ ਨਹੀਂ ਦਰਸ਼ਨ ਕਰ ਸਕਣੇ। ਨਾ ਜੀ, ਹੁਣ ਪਿਆਰਾ ਸਿੱਖ ਸੀ, ਕੋਹ ਤੂਰ ਦੇ ਪਹਾੜ 'ਤੇ ਲੈ ਗਏ ਅਤੇ ਲਿਖਿਆ ਕਿਤਾਬਾਂ 'ਚ ਮੁਹੰਮਦ ਸਾਹਿਬ ਨੇ ਵਾਲ ਜਿੰਨੀ ਬਰੀਕ ਮੋਰੀ ਦੇ ਵਿੱਚੋਂ ਅੱਲਾ ਦੇ ਜਦੋਂ ਦਰਸ਼ਨ ਕਰਾਏ ਨਾ, ਅਲੀ ਨੂੰ 72 ਘੰਟੇ ਹੋਸ਼ ਹੀ ਨਹੀਂ ਆਈ। 72 ਘੰਟਿਆਂ ਬਾਅਦ ਅਲੀ ਨੂੰ ਹੋਸ਼ ਆਈ। ਕਹਿੰਦੇ ਮੈਂ ਤੈਨੂੰ ਕਿਹਾ ਸੀ ਨਾ, ਇਹ ਤਾਂ ਅਜੇ ਅੱਲਾ ਦਾ ਮੈਂ ਲੱਖਵਾਂ ਹਿੱਸਾ ਵੀ ਤੈਨੂੰ ਨਹੀਂ ਵਿਖਾਇਆ। ਅੱਲਾ ਦੇ ਦਰਸ਼ਨ ਕਰਨ ਲਈ ਬਹੁਤ ਸਮੇਂ ਦੀ ਲੋੜ ਹੈ, ਬੜੀ ਭਜਨਬੰਦੀ ਦੀ ਲੋੜ ਹੈ। ਜੇ ਤੁਹਾਡੇ 'ਚ ਕਿਸੇ ਨੂੰ ਪਹਿਲੀ ਵਾਰੀ ਮੰਨ ਲਓ ਕਥਾ ਵਾਰਤਾ ਚੱਲ ਰਹੀ ਹੈ, ਪੰਜ ਪਾਤਸ਼ਾਹ ਆ ਜਾਣ, ਉਹ ਸੂਖਸ਼ਮ ਰੂਪ 'ਚ ਉਹਨੇ ਦਿਸਣੇ ਆਪਾਂ ਨੂੰ ਹੈ ਨਹੀਂ, ਪਰ ਜੇ ਕਿਤੇ ਤੁਹਾਨੂੰ ਦਿਸ ਗਏ ਨਾ, ਤੁਸੀਂ ਜਿੱਥੇ ਬੈਠੇ ਤੇ ਫੜਕ ਕਰਕੇ ਡਿੱਪੋਗੇ। ਤੁਸੀਂ ਦਰਸ਼ਨ ਕਰ ਹੀ ਨਹੀਂ ਸਕਦੇ ਹੈਗੇ, ਕਿਉਂਕਿ ਦਰਸ਼ਨ ਕਰਨ ਲਈ ਕਮਾਈ ਬਹੁਤ ਚਾਹੀਦੀ ਹੈ। ਇਹ ਅਜਾਰ ਅਵਸਥਾ ਹੁੰਦੀ, ਇਹਨੂੰ ਕਹਿੰਦੇ ਅਜਾਰ ਅਵਸਥਾ, ਜ਼ਰ ਨਹੀਂ ਹੁੰਦੀ। ਦਰਸ਼ਨ ਕਰਨ ਜਿਹੜਾ ਹੈ ਇਹ ਤਾਂ ਬਹੁਤ ਕਮਾਈ ਹੋਵੇ ਤਾਂ ਅਸੀਂ ਆਰਾਮ ਨਾਲ ਦਰਸ਼ਨ ਕਰ ਸਕਦੇ ਹਾਂ, ਨਹੀਂ ਤਾਂ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ, ਸਰੀਰ 'ਤੇ ਕੰਟਰੋਲ ਹੀ ਨਹੀਂ ਰਹਿੰਦਾ। ਕਈ ਸਾਲਾਂ ਦੀ ਗੱਲ ਹੈ, ਸਾਡੇ ਗੁਆਂਢ ਦੇ ਵਿੱਚ ਹਿੰਦੂ ਜੈਂਟਲਮੈਨ ਇੱਕ ਲਾਰੀ ਰਹਿੰਦਾ ਸੀ, ਉਹਦੀ ਡੈਥ ਹੋ ਗਈ। ਸਾਡੀ ਕਲੋਨੀ ਦੇ ਸਿਰੇ 'ਤੇ ਸ਼ਿਵ ਮੰਦਰ ਹੈ, ਇੱਥੇ ਭੋਗ ਪੈਣਾ ਸੀ। ਕਲੋਨੀ ਨਿਵਾਸੀ ਹੋਣ ਕਰਕੇ ਉਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਆਇਓ, ਮੈਂ ਚਲਿਆ ਗਿਆ। ਉਹਨਾਂ ਆਰਤੀ ਕਰ ਰਹੇ ਨੇ, ਖੜ੍ਹੇ ਨੇ ਸਾਰੇ। ਮੇਰਾ ਜਿਹੜਾ ਸਰੀਰ ਹੈ ਉਹ ਹਿੱਲੀ ਜਾ ਰਿਹਾ ਹੈ, ਮੈਨੂੰ ਐਂ ਲੱਗੇ ਮੈਂ ਡਿੱਗ ਪੈਣਾ ਆਰਤੀ ਦੇ ਵਿੱਚ ਹੀ। ਮੈਨੂੰ ਸਮਝ ਨਾ ਆਵੇ
कि मेरा शरीर ते कंट्रोल क्यों नहीं। मैं सोच रहा जे मैं डिग्गन लगा किनू हथ पावां। अचानक मैं निगाह मेरी पई ऊपर नूं, मैं वेख्या, मैं की वेख्या भी ओहो ये तो शिव जी महाराज मेरे पिछे खड़े ने ते उन्हां दे हथ जिहड़ा है मेरे सिर तो 1 फुट उच्चा है, इस तरह। फिर मैनूं है भी ओहो ये तो झाल ही नहीं झली जा रही, ये तो झाल ही नहीं झली जा रही। अज तो मेरे पिछे खड़े सन, किते मेरे सामने आते शायद मैं ड्रम करके डिग पैंदा। फिर ज्यों ज्यों कमाई वधदी जाती है, वधदी जाती है, वधदी जाती है, फिर बंदा वैराग तो आ जाता है, डिगदा नहीं है। पर जदों फिर दर्शन अखां च पानी वगना शुरू, अखां बंद हो जाती है, वैराग पानी टप्पी जाता, अखां च पानी तिप तिप करके डिगी जाता है। सो इसलिए अली नूं जो दर्शन कराए ना 72 घंटे बाद जाके होश आई। बहुत भजन बंदगी की लोड़ हुंदी है इन्हां चीज़ां नूं जरण लई। सो गुरु महाराज कहंदे अंतरगत जिस आप जनाए, नानक तिस जन आप बुझाए। जिस नूं अपना अंदर विखाउणा हुंदा परमात्मा, अपने बारे कोई दसना हुंदा, उहनूं फिर सोझी बख्शदा परमात्मा। सर्ब भूत आप वरतारा। भूत शरीर नूं कहंदे ने। एक भूत जो बंदा मर जाता तो उन्होंने कई बारी जो ना फलाने भूत चंबड़े ने। भूत कौन बनते ने? जिन्हां दी गति नहीं हुई, माड़े काम कीते, किसी कारण उस रूह जिहड़ी विचों निकली उन्होंने अगे शरीर नहीं मिलिया। जे तो अगे शरीर मिल के फलाने की गति हो गई है, जे शरीर नहीं मिलिया फिर भूत प्रेत बन गया है। फिर घर दे जीआं नूं दिखाई दिंदा रात नूं, फिर वो डर जाते ने, डर जाते ने। फिर कोई पंडितां कोले जांदा, जी साडा बुढ़ा सानूं दिसदा जी। मैं कई बारी हੱਸਿਆ करदा, मैं तुहाडे बापू है। पहले तो बापू 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 करदे सी, हुण बापू तुहानूं मिलण दा हुण तुसीं डरदे हो। हुण तुसीं डरदे हो, ਉਹੀ बापू भूत हो गया। भी ਉਹਨੂੰ ਪੁੱਛੋ, ਉਹਨੂੰ ਪੁੱਛੋ। जिवें मेरा भतीजा, मेरा फादर मेरे भतीजे दा दादा लगन, उन्होंने आ गए मिलन। वो बड़ा हैरान होया, कहते दादा जी तुसी? वो कहते तेरा पुत्र भाव तेरा बाप। मेरा फादर कहता मेरे भतीजे नूं भी तेरा बाप भाव मेरा भरा, भी तेरा बाप रोटी मंग रहा है। इन्ना कह के वो चले गए। उन्हें मैनू टैलीफोन किया भी ऐ मैनू सारा कुछ दिखाई दिता है, सुपने च नहीं साफ ही दसे। इन्ना कह के दादा जी भी तेरा बाप रोटी मंगता है, मैं की करा? मैं सुन तू गुरुद्वारे जा पिंड दे, उन्हें पूछो भाई दे किन्ने किन्ने जी हो जी तुसी? जिन्ने जी होण हर जी प्रति 3-3 4-4 प्रशादे बना के सब्जी सुब्जी बना के तू गुरुद्वारा साहब उन्होंने दिया तो मन च अरदास करी कि पिता जी आ मैं तुहाडे निमित्त देण लगा, तुसी अपना लंगर पानी छक लो, मैं फिर तैनूं नहीं मिलणगे। तो मुड़ के फिर उन्होंने पिता उन्होंने नहीं मिलिया। ਇਹ ਮਿਲ ਪੈਂਦੇ ਨੇ ਕਈ ਵਾਰ। ਸੋ ਡਰਨਾ ਵੀ ਨਹੀਂ ਚਾਹੀਦਾ। ਹਾਂ ਭਾਈ ਉਹ ਦਬਾਅ ਪਾਉਂਦੇ ਨੇ, ਤੰਗ ਕਰਦੇ, ਫਿਰ ਤਾਂ ਆਪਾਂ ਦੁਖੀ ਹੋਵਾਂਗੇ ਹੀ ਹੋਵਾਂਗੇ। ਜੇ ਕਿਤੇ ਆ ਵੀ ਜਾਣ ਉਹਨੂੰ ਪੁੱਛੋ ਆਓ ਜੀ ਆਇਆਂ ਨੂੰ, ਕਿੱਥੋਂ ਆਏ ਹੋ, ਪਤਾ ਕਰੋ ਕਿੱਥੋਂ ਆਏ ਹੋ, ਕਿਵੇਂ ਆਏ ਹੋ, ਕੀ ਕੰਮ ਹੈ, ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ। ਹੋ ਸਕਦਾ ਕਹਿਣ ਭਾਈ ਮੇਰੇ ਲਈ ਅਖੰਡ ਪਾਠ ਕਰਾ, ਮੇਰਾ ਭਲਾ ਹੋਵੇ, ਮੇਰੀ ਰੂਹ ਦਾ, ਕੁਛ ਵੀ ਕਹਿ ਸਕਦੇ। ਪੁੱਛਣਾ, ਡਰਨਾ ਨਹੀਂ ਚਾਹੀਦਾ ਇੱਕਦਮ। ਹਾਂ ਜੋ ਭਾਈ ਤੰਗ ਕਰਦੇ ਨੇ ਫਿਰ ਠੀਕ ਹੈ, ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਪਾਠ ਦੇ ਦਾਂਗਾ, ਫਿਰ ਉਹ ਤੰਗ ਕਰਨੋਂ ਹਟ ਜਾਣਗੇ। ਸਰਬ ਭੂਤ ਆਪ ਵਰਤਾਰਾ, ਇੱਥੇ ਭੂਤ ਤੋਂ ਭਾਵ ਹੈ ਸਰੀਰ। ਪਰਮਾਤਮਾ ਸਾਰੇ ਸਰੀਰਾਂ 'ਚ ਆਪ ਹੀ ਵਰਤ ਰਿਹਾ ਹੈ। ਸਾਰੇ ਸਰੀਰਾਂ 'ਚ ਪਰਮਾਤਮਾ ਆਪ ਵਰਤ ਰਿਹਾ ਹੈ। ਸਰਬ ਨੈਣ ਆਪ ਪੇਖਣਹਾਰ, ਸਾਰੀਆਂ ਅੱਖਾਂ ਦੇ ਵਿੱਚ ਪਰਮਾਤਮਾ ਹੀ ਵੇਖ ਰਿਹਾ ਹੈ।
ਨੈਣ ਤੇ ਸਾਰਿਆਂ ਲੱਗੇ ਨੇ, ਇਹਨਾਂ ਅੱਖਾਂ ਰਾਹੀਂ ਉਹ ਸਾਰਿਆਂ ਨੂੰ ਵੇਖ ਰਿਹਾ ਹੈ। ਸਗਲ ਸਮੱਗਰੀ ਜਾ ਕਾ ਤਨ, ਤਨ ਸਰੀਰ ਨੂੰ ਕਹਿੰਦੇ ਨੇ। ਇਹ ਜੋ ਵੀ ਸਮੱਗਰੀ ਸਾਰੀ ਦਿਸ ਰਹੀ, ਜਿਸ ਤੋਂ ਸੰਸਾਰ ਬਣਿਆ ਹੋਇਆ ਹੈ, ਇਹ ਤਾਂ ਉਹਦਾ ਸਰੀਰ ਦੇ ਵਿੱਚ ਹੈ। ਇਹ ਜਿਹੜੀ ਸਮੱਗਰੀ ਜਿਸ ਦੇ ਨਾਲ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਨਾ, ਇਹ ਸਮੱਗਰੀ ਕੋਈ ਅਲੱਗ ਨਹੀਂ ਸੀ। ਸਾਇੰਸਦਾਨ ਤਾਂ ਇੱਥੋਂ ਤੱਕ ਹੀ ਪਹੁੰਚੇ ਕਿ ਮੈਟਰ ਸੀ, ਸਮੱਗਰੀ ਸੀ, ਉਸ ਦੇ ਧਮਾਕਾ ਹੋਇਆ, ਉਹ ਮੈਟਰ, ਉਹ ਸਮੱਗਰੀ ਗੈਸ ਬਣ ਕੇ ਫੈਲ ਗਈ। ਉਹ ਸਮੱਗਰੀ ਕਿੱਥੋਂ ਆਈ? ਇਹ ਸਾਇੰਸਦਾਨ ਨੂੰ ਨਹੀਂ ਪਤਾ ਸਮੱਗਰੀ ਆਈ ਕਿੱਥੋਂ। ਸਮੱਗਰੀ ਹੈ, ਉਸ 'ਚ ਧਮਾਕਾ ਹੋਇਆ ਹੈ, ਉਹ ਫੈਲ ਕੇ ਗੈਸ ਬਣ ਗਈ ਹੈ। ਉਹ ਸਮੱਗਰੀ ਆਈ ਕਿੱਥੋਂ ਇਹ ਨਹੀਂ ਪਤਾ। ਧਰਮ ਕਹਿੰਦਾ ਪਰਮਾਤਮਾ ਦੇ ਅੰਦਰ ਹੀ ਸਾਰੀ ਸਮੱਗਰੀ ਹੈ, ਜਿਸ ਤੋਂ ਉਹਨੇ ਸਾਰੀ ਸ੍ਰਿਸ਼ਟੀ ਸਭ ਕੁਝ ਰਚ ਦਿੱਤਾ ਹੈ। ਸਮੱਗਰੀ ਕੋਈ ਬਾਹਰੋਂ ਨਹੀਂ ਆਈ, ਉਹਦੇ ਵਿੱਚ ਹੀ ਸੀ। ਆਪਨ ਜਸ ਆਪ ਹੀ ਸੁਣ। ਜੇ ਕੋਈ ਵਡਿਆਈ ਪਰਮਾਤਮਾ ਦੀ ਕਰ ਰਿਹਾ ਤਾਂ ਪਰਮਾਤਮਾ ਵਡਿਆਈ ਸੁਣ ਰਿਹਾ ਹੈ, ਸੁਣ ਰਿਹਾ ਹੋ। ਜੇ ਨਿੰਦਿਆ ਕਰਦੇ ਉਹ ਵੀ ਸੁਣ ਰਿਹਾ, ਵਿੱਚੇ ਬੈਠਾ ਨਾ ਸਾਡੇ ਅੰਦਰ, ਉਹ ਸਾਡੇ ਅੰਦਰ ਹੀ ਬੈਠਾ, ਅਸੀਂ ਉਹਦੀ ਨਿੰਦਿਆ ਕਰ ਰਹੇ ਹਾਂ ਤਾਂ ਵੀ ਉਹ ਸੁਣ ਰਿਹਾ ਹੈ, ਜੇ ਵਡਿਆਈ ਕਰ ਰਹੇ ਹਾਂ ਤਾਂ ਵੀ ਸੁਣ ਰਿਹਾ ਹੈ। ਖਿਆਲ ਰੱਖਣਾ, ਭਾਵੇਂ ਪਰਮਾਤਮਾ ਮਨੁੱਖ ਨਹੀਂ, ਪਰ ਗੁਰਬਾਣੀ ਇਹ ਕਹਿੰਦੀ ਹੈ ਵੀ ਜਿਹੜਾ ਪਰਮਾਤਮਾ ਦੀ ਵਡਿਆਈ ਕਰਦਾ, ਪਰਮਾਤਮਾ ਉਸ 'ਤੇ ਖੁਸ਼ ਹੁੰਦਾ, ਪਰਮਾਤਮਾ ਉਸ 'ਤੇ ਖੁਸ਼ ਹੁੰਦਾ। ਜਿਹੜਾ ਉਹਦੀ ਵਡਿਆਈ ਕਰਦਾ, ਪਰਮਾਤਮਾ ਦੇ ਕਾਰਜ ਸਵਾਰਦਾ ਹੈ, ਉਹਦੇ ਕਾਰਜ ਸਵਾਰਦਾ। ਜਿਹੜਾ ਉਹਦੀ ਵਡਿਆਈ ਕਰਦਾ, ਪਰਮਾਤਮਾ ਜਮਦੂਤ ਲੈਣ ਹੀ ਨਹੀਂ ਭੇਜਦਾ, ਉਹਨੂੰ ਲੈਣ ਨਹੀਂ ਭੇਜਦਾ। ਜਿਵੇਂ ਕਿਸੇ ਮਹਾਂਪੁਰਖ ਨੂੰ ਕਿਸੇ ਸੰਗੀ ਨੇ ਪੁੱਛਿਆ, ਕਹਿੰਦੇ ਮਹਾਰਾਜ ਜੀ ਜੰਮ ਹੁੰਦੇ ਨੇ? ਕਹਿੰਦੇ ਹਾਂ ਹੁੰਦੇ ਵੀ ਨੇ, ਨਹੀਂ ਵੀ ਹੁੰਦੇ। ਉਹ ਕਹਿੰਦੇ ਇਹ ਕੋਈ ਗੱਲ ਬਣੀ, ਹੁੰਦੇ ਵੀ ਨੇ, ਨਹੀਂ ਵੀ ਹੁੰਦੇ। ਹਾਂ ਕਹਿੰਦੇ ਭਾਈ ਜਿਹੜੇ ਤਾਂ ਲੋਕ ਭੈੜੇ ਕੰਮ ਕਰਦੇ ਨੇ ਉਹਨਾਂ ਲਈ ਤਾਂ ਹੁੰਦੇ ਨੇ, ਜਿਹੜਾ ਭਜਨ ਬੰਦਗੀ ਕਰਦਾ ਉਹਦੇ ਲਈ ਨਹੀਂ ਹੁੰਦੇ। ਕਿਉਂ? ਉਹਨੂੰ ਜੰਮ ਲੈਣ ਹੀ ਨਹੀਂ ਆਉਂਦੇ, ਇਸ ਲਈ ਉਹਦੇ ਨਹੀਂ ਹੈਗੇ। ਜਿਹਨਾਂ ਲੈਣ ਆਉਂਦੇ ਉਹਨਾਂ ਨੂੰ ਪਤਾ ਵੀ ਹਾਂ ਜੰਮ ਆ ਗਏ, ਜੰਮ ਹੈਨ ਵੀ, ਨਹੀਂ ਵੀ ਹੈਗੇ। ਉਹਨਾਂ ਲਈ ਹੈਗੇ ਜਿਹੜੇ ਮਾੜੇ ਕੰਮ ਕਰਦੇ ਨੇ, ਜਿਹੜੇ ਨਾਮ ਜਪਦੇ ਨੇ, ਉਹਨਾਂ ਲਈ ਕੋਈ ਜੰਮ ਨਹੀਂ ਹੈਗਾ। ਉਂਝ ਜੰਮ ਤੇ ਹੈਨ, ਸਿਰਫ ਇੰਨਾ ਕਿ ਭਜਨ ਬੰਦਗੀ ਕਰਨ ਵਾਲੇ ਜੰਮ ਲੈਣ ਹੀ ਨਹੀਂ ਆਉਂਦੇ। ਕਿਉਂਕਿ ਸਿੱਧਾ ਹਿਸਾਬ ਹੈ, ਐਂ ਸਮਝਣਾ ਪੁਲਿਸ ਡਿਪਾਰਟਮੈਂਟ ਹੈ, ਜਿਹੜਾ DGP ਹੈ ਉਹ ਯਮਰਾਜ ਸਮਝ ਲਓ, ਯਮਰਾਜ ਸਭ ਤੋਂ ਵੱਡਾ ਅਫਸਰ ਉਹ। ਫਿਰ ਅੱਗੇ ਉਹਦੇ ਅੱਗੇ ਜੰਮ ਰੱਖੇ ਨੇ ਪੁਲਿਸ ਨੂੰ ਅੱਗੇ, ਕਿ ਨਹੀਂ ਪੁਲਿਸ ਵਾਲੇ ਹੁੰਦੇ ਉਹਦੇ ਅੰਡਰ 100 ਕੋਈ ਲੱਖ, 1.25 ਲੱਖ ਪੁਲਿਸ ਵਾਲਾ ਹੋਣਾ ਇਸ ਵੇਲੇ ਪੰਜਾਬ ਦਾ ਅੰਡਰ ਸਾਰਾ। ਉਹ ਜਿਵੇਂ ਸਭ ਤੋਂ ਵੱਡਾ ਅਫਸਰ ਹੁਕਮ ਕਰਦੇ ਉਵੇਂ ਦੂਜੇ ਹੇਠਾਂ ਕਰਦੇ ਨੇ, ਇਵੇਂ ਕਰਦੇ ਨੇ। ਪਰ ਜੇ ਤੁਸੀਂ ਚੰਗੇ ਕੰਮ ਕਰਦੇ ਹੋ, ਪੁਲਿਸ ਵਾਲੇ ਤੁਹਾਨੂੰ ਫੜਨ ਨਹੀਂ ਹੋਣਗੇ, ਤੁਹਾਨੂੰ ਕੁਛ ਨਹੀਂ ਕਹਿਣਗੇ। ਜਿਵੇਂ ਕੋਈ ਕਹੇ ਜੀ ਜੇਲ੍ਹ ਹੁੰਦੀ ਹੈ, ਹਾਂ ਵੀ ਹੁੰਦੀ ਵੀ ਹੈ, ਨਹੀਂ ਵੀ ਹੁੰਦੀ, ਵੀ ਇਹ ਕੀ ਗੱਲ ਜੀ? ਵੀ ਚੋਰਾਂ, ਡਾਕੂਆਂ, ਲੁਟੇਰਿਆਂ, ਮਾੜੇ ਲੋਕਾਂ ਲਈ ਜੇਲ੍ਹ ਹੁੰਦੀ, ਚੰਗੇ ਲਈ ਨਹੀਂ ਹੁੰਦੀ, ਨਹੀਂ ਹੁੰਦੀ। ਕਈਆਂ ਨੇ ਸਾਰੀ ਉਮਰ ਜੇਲ੍ਹ ਵੇਖੀ ਹੋਈ ਨਹੀਂ ਹੁੰਦੀ। ਕਿਉਂ? ਕਈ ਵਾਰੀ ਜੇ ਤਾਂ ਆਪਣਾ ਕੋਈ ਰਿਸ਼ਤੇਦਾਰ, ਦੋਸਤ, ਮਿੱਤਰ ਕੋਈ ਮਾੜਾ ਕੰਮ ਕਰਦੇ ਉਹਨੂੰ ਜੇਲ੍ਹ ਹੋ ਜਾਏ, ਆਪਾਂ ਉਹਨੂੰ ਮਿਲਣ ਜਾਂਦੇ ਹਾਂ, ਉਦੋਂ ਵਾਰ-ਵਾਰ ਵੇਖ ਲੈਣੇ ਜੇਲ੍ਹ। ਕਈਆਂ ਨੇ ਸਾਰੀ ਉਮਰ ਨਾ ਥਾਣੇ ਜਾਣ ਦੀ ਕਦੇ ਲੋੜ ਪਈ। ਜਿਹੜਾ ਸਹੀ ਕੰਮ ਕਰ ਰਿਹਾ ਉਹਨੂੰ ਪੁਲਿਸ ਵਾਲਾ ਕੀ ਕਹਿਣਾ? ਅਸੀਂ ਪੁੱਠੇ ਕੰਮ ਕਰਦੇ ਹਾਂ। ਫਿਰ ਮੈਂ ਕਈ ਵਾਰੀ ਸੋਚਦਾ ਬਈ ਐਡਾ ਵੱਡਾ ਬਿਹਾਰ ਹੈ, ਬਿਹਾਰੀਆਂ ਪ੍ਰਤੀ ਸਾਡੇ ਕੋਈ ਅੱਛੇ ਵਿਚਾਰ ਨਹੀਂ ਸਨ। ਉੱਥੇ ਮੈਂ ਬਿਹਾਰ 'ਚ ਗਿਆ, ਕਈ ਵਾਰੀ ਗਿਆ, ਉੱਥੇ ਕਿਤੇ ਕਿਤੇ ਪੁਲਿਸ ਵਾਲਾ ਦਿਸਦਾ। ਆ ਪੰਜਾਬ 3 ਕਰੋੜ ਦੀ ਕੁੱਲ ਆਬਾਦੀ ਹੈ, ਪੁਲਿਸ ਹੀ ਪੁਲਿਸ, ਪੁਲਿਸ ਹੀ ਪੁਲਿਸ, ਪੁਲਿਸ ਹੀ ਪੁਲਿਸ ਦਿਸ ਰਹੀ ਹੈ। ਵੀ ਕਿਉਂ? ਇਹ ਤਾਂ ਬਸ ਅਸੀਂ ਬਿਹਾਰੀਆਂ ਤੋਂ ਵੀ ਮਾੜੇ ਹੋ ਗਏ। ਸਾਫ਼ ਜ਼ਾਹਰ ਹੈ
ਜੇ ਅਸੀਂ ਘਟੀਆ ਹੋ ਗਏ ਹਾਂ, ਮਾੜੇ ਕੰਮ ਕਰਨ ਲੱਗ ਪਏ ਹਾਂ, ਤਾਂ ਹੀ ਰੋਜ਼ ਪੁਲਿਸ ਦੇ ਵਾਧੇ ਦੀ ਲੋੜ ਹੈ ਨਾ। ਕਰਨਾਟਕਾ ਦੇ ਵਿੱਚੋਂ ਮੈਂ ਲੰਘਿਆ, ਇੱਕ ਕਹਿੰਦਾ ਅੱਜ ਤੁਹਾਨੂੰ ਥਾਣਾ ਵਿਖਾਈਏ। ਥਾਣੇ ਗਏ, ਬੱਚੇ ਖੇਡ ਰਹੇ ਥਾਣੇ 'ਚ। ਉਹ ਸਾਨੂੰ ਵੇਖ ਕੇ ਸਰਦਾਰ ਆਏ ਨੇ, ਉਹ ਖੜੇ ਹੋ ਕੇ ਪੁਲਿਸ ਦਾ ਸਤਿਕਾਰ ਕੀਤਾ। सरदार पंजाब से आए हो? असी कहा हाँ जी। कहाँ से आए? पटियाला ज़िले से आए। अच्छा, कैसे आए हो? भी थाने आए ने। असी क्या जे तो देखण आए हैं भी सानू किसे दस्या सी भी करनाटक के थाने च ना बच्चे खेडते ने। हाँ कह जी खेड रहे ने। कहते देखो जी 6-7 दिन बाद कोई एक शिकायत आउंदी है कदे, इसलिए असीं वेले बैठे हाँ, बच्चे खेडते असीं वेखी जाने। थाना सवेरे 9 बजे खुलता, शाम 5 बजे बंद हो जाता। तो पंजाब के थाने तो 24 घंटे खुले रहिंदे ने। तो इत्थे किसी बच्चे की जरूरत है भी थाने जाके खेड के दिखा ले, तो वड्डा नहीं जाता सीधी। हाँ वो कर्नाटक ही है, बच्चे खेड रहे थाने। थाना सवेरे 9 बजे खुल रहे, शाम 5 बजे दफ्तर तेरा बंद हो रहे। फिर ਜਦੋਂ ਲੋਕ ਭੈੜੇ ਹੀ ਨਹੀਂ ਤੇ ਪੁਲਿਸ ਵੀ ਥੋੜ੍ਹੀ ਚਾਹੀਦੀ ਨੇ। ਅਸੀਂ ਇੰਨੇ ਭੈੜੇ ਹੋ ਗਏ, ਥਾਂ ਤੇ ਪੁਲਿਸ ਹੈ। ਕਿਸੇ ਚੌਂਕ ਚਲੇ 4-4 5-5 ਖੜੇ ਹੁੰਦੇ ਨੇ ਕਿਤੇ, ਫਿਰ ਇੰਨੀ ਪੁਲਿਸ ਹੈ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਅਸੀਂ ਦਿਨੋਂ ਦਿਨ ਘਟੀਆ ਹੁੰਦੇ ਜਾ ਰਹੇ। ਬਣਨਾ ਵਧੀਆ ਚਾਹੀਦਾ ਸੀ, ਮਨੁੱਖ ਦਿਨੋਂ ਦਿਨ ਘਟੀਆ ਹੁੰਦਾ ਜਾ ਰਿਹਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਆਵਣ ਜਾਨ ਇੱਕ ਖੇਲ ਬਣਾਇਆ। ਇਹ ਜੰਮਣ ਮਰਨ ਦਾ ਜਿਹੜਾ ਹੈ ਇਹ ਪਰਮਾਤਮਾ ਇੱਕ ਖੇਲ ਬਣਾਇਆ। ਉਹਦੇ ਲਈ ਇੱਕ ਖੇਲ ਹੈ, ਉਹਦੇ ਲਈ ਇੱਕ ਖੇਡ ਹੈ। ਸਾਡੇ ਲਈ ਜੰਮਣਾ ਮਰਨਾ ਵਕਤ ਹੈ। ਜੰਮਣਾ ਵੀ ਵਕਤ ਹੈ ਅਤੇ ਮਰਨਾ ਵੀ ਵਕਤ ਹੈ। ਸੋ ਕਹਿੰਦੇ ਜਦੋਂ ਇੱਕ ਅੱਜ ਮੈਨੂੰ ਦੱਸ ਰਿਹਾ ਸੀ ਵੀ ਡਾਕਟਰ ਕਹਿ ਰਿਹਾ ਵੀ ਜਿਹਨੂੰ ਵਾਕਈ ਕਰੋਨਾ ਹੋ ਜਾਂਦਾ ਨਾ, ਉਹ ਤਾਂ ਜਦੋਂ ਦੀ ਜਾਣ ਨਹੀਂ ਦੇ ਲੱਤਾਂ ਮਾਰਦੇ ਮੰਜੇ 'ਤੇ, ਵੀ ਇੰਨੀ ਔਖੀ ਉਹਦੀ ਜਾਨ ਨਿਕਲਦੀ ਹੈ। ਕਿਉਂ? ਸਿੱਧਾ ਹੀ ਫੇਫੜਿਆਂ 'ਤੇ ਅਸਰ ਹੁੰਦਾ, ਸਾਹ ਨਹੀਂ ਆਉਂਦਾ। ਜਦੋਂ ਬੰਦੇ ਨੂੰ ਸਾਹ ਨਾ ਆਵੇ ਫਿਰ ਬੰਦਾ ਤੜਫੇਗਾ ਨਾ। ਹਾਂ, ਫਿਰ ਉਹ ਤੜਫਦਾ ਹੈ। ਅਤੇ ਜਿਨ੍ਹਾਂ ਨੂੰ ਉਂਝੀ ਇਹਤਿਆਤ ਵਜੋਂ ਰੱਖਿਆ ਹੁੰਦਾ, ਜਿਹਨਾਂ ਥੋੜ੍ਹੇ ਡਾਊਟ ਹੁੰਦਾ, ਉਹ ਆਪਣੇ 15 ਦਿਨ ਆਰਾਮ ਨਾਲ ਪੂਰੇ ਕਰ ਲੈਂਦੇ ਨੇ। ਜਿਹਨੂੰ ਵਾਕਈ ਕਰੋਨਾ ਹੋ ਜਾਂਦਾ ਉਹ ਨਹੀਂ ਬਚਿਆ ਕਰਦਾ, ਉਹ ਤਾਂ ਐਵੇਂ 4 ਕੁ ਦਿਨਾਂ ਦਾ ਪ੍ਰਾਹੁਣਾ ਹੁੰਦਾ। ਸੋ ਆਵਣ ਜਾਨ ਇੱਕ ਖੇਲ ਬਣਾਇਆ। ਪਰਮਾਤਮਾ ਨੇ ਜੰਮਣਾ ਮਰਨਾ ਇੱਕ ਖੇਡ ਬਣਾਈ ਹੋਈ ਹੈ। ਆਗਿਆਕਾਰੀ ਕੀਨੀ ਮਾਇਆ। ਇਹ ਮਾਇਆ ਜਿਹੜੀ ਹੈ ਇਹਦੇ 3 ਗੁਣ ਨੇ, ਰਜੋ ਸਤੋ ਤਮੋ। ਅਤੇ ਅਸੀਂ ਸਾਰੇ ਮਾਇਆ ਦੇ ਅਧੀਨ ਹਾਂ। ਅਸੀਂ ਸਾਰੇ ਮਾਇਆ, ਕੋਈ ਰਜੋ ਗੁਣੀ ਹੈ, ਕੋਈ ਸਤੋ ਗੁਣੀ ਹੈ, ਕੋਈ ਤਮੋ ਗੁਣੀ ਹੈ। ਇਸ ਲਈ ਪਰਮਾਤਮਾ ਨੇ ਮਾਇਆ ਨੂੰ ਆਗਿਆਕਾਰੀ ਬਣਾਇਆ। ਮਾਇਆ ਉਹਦਾ ਹੁਕਮ ਮੰਨਦੀ ਹੈ ਅਤੇ ਅਸੀਂ ਵੀ ਉਹਦੇ ਹੁਕਮ ਵਿੱਚ ਹੀ ਹਾਂ। ਸਭ ਕੈ ਮਦ ਅਲਿਪਤੋ ਰਹੇ। ਪਰਮਾਤਮਾ ਸਾਰਿਆਂ ਦੇ ਵਿੱਚ ਵੀ ਹੈ। ਮੱਧ ਵਿਚਾਲੇ ਵੀ ਹੁੰਦਾ ਅਤੇ ਮੱਧ ਵਿੱਚ ਵੀ ਹੁੰਦਾ। ਅਗਲਾ ਕਹੇ ਮੱਧ ਦਾ ਭੋਗ ਪਿਆ ਜੀ, ਵੀ ਭਾਵ ਅੱਧਾ ਪਾਠ ਹੋ ਗਿਆ ਹੈ। ਸਭ ਕੈ ਮਦ, ਸਾਰਿਆਂ ਦੇ ਵਿੱਚ ਵੀ ਹੈ, ਅਲਿਪਤੋ ਰਹੇ। ਇਹਨੂੰ ਅਲਪਤੋ ਨਹੀਂ ਕਿਤੇ ਪੜ੍ਹ ਦੇਣਾ। ਲਿਪਤ ਦਾ ਵਿਰੋਧੀ ਸ਼ਬਦ ਹੈ ਅਲਿਪਤ, ਨਿਰਲੇਪ। ਸਾਰਿਆਂ ਦੇ ਵਿੱਚ ਵੀ ਹੈ ਅਤੇ ਸਾਰਿਆਂ ਤੋਂ ਨਿਰਲੇਪ ਵੀ ਹੈ। ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ। ਜਿਵੇਂ ਕਮਲ ਦਾ ਫੁੱਲ ਦੀ ਉਦਾਹਰਣ ਦਿੰਦੇ ਨੇ। ਕਮਲ ਦਾ ਫੁੱਲ ਹੈ, ਉਹ ਪਾਣੀ ਵਿੱਚ ਹੁੰਦਾ ਹੈ, ਉਹ ਚਿੱਕੜ 'ਚ ਹੁੰਦਾ ਹੈ, ਪਰ ਉਹ ਪਾਣੀ ਤੋਂ ਉੱਪਰ ਰਹਿੰਦਾ। ਉਹ 'ਚ ਖੂਬੀ ਇੱਕ। ਮੰਨ ਲਓ ਰਾਤੀ ਹੜ੍ਹ ਵੀ ਆ ਗਿਆ, ਕਮਲ ਦਾ ਬੂਟਾ ਮੰਨ ਲਓ 2 ਫੁੱਟ ਹੈ, ਹੜ੍ਹ ਆ ਗਿਆ, ਪਾਣੀ 4-4 ਫੁੱਟ ਹੋ ਗਿਆ, ਉਹਨੇ ਉਨੇ ਵੱਧ ਉੱਚਾ ਹੋ ਜਾਣਾ। ਐਸੀ ਉਹਦੀ ਜਿਹੜੀ ਨਲੀ ਹੈ ਉਹ 'ਚ ਐਸੀ ਬਨਾਵਟ ਹੈ ਕਿ ਜੇ ਪਾਣੀ ਉਹ 2 ਫੁੱਟ ਕੋਲ ਉੱਚਾ ਮੰਨ ਲਓ ਬੂਟਾ, ਪਾਣੀ 2.25 ਫੁੱਟ ਹੋ ਗਿਆ, ਉਹ ਬੂਟਾ ਡੁੱਬੇਗਾ ਨਹੀਂ। ਉਹ ਜਿਉਂ-ਜਿਉਂ ਪਾਣੀ ਚੜ੍ਹੀ ਜਾਂਦਾ ਤਿਉਂ ਉੱਚਾ ਹੋਈ ਜਾਂਦਾ, ਉਹ ਬਾਹਰ ਹੀ ਰਹਿੰਦਾ ਪਾਣੀ ਤੋਂ। ਇਸ ਲਈ ਜਿਹੜਾ ਧਾਰਮਿਕ ਅਸਲ ਬੰਦਾ ਹੁੰਦਾ ਹੈ, ਬ੍ਰਹਮ ਗਿਆਨੀ ਹੁੰਦਾ ਹੈ, ਉਹ ਇਸ ਸੰਸਾਰ ਵਿੱਚ ਹੀ ਰਹਿੰਦਾ ਹੈ, ਪਰ ਸੰਸਾਰ ਤੋਂ ਉਹਦੀ ਸੋਚ ਉੱਚੀ ਰਹਿੰਦੀ ਹੈ। ਉਹ ਸੰਸਾਰ ਦੇ ਵਿੱਚ ਖਚਿਤ ਨਹੀਂ ਹੁੰਦਾ, ਅਲਿਪਤ ਰਹਿੰਦਾ ਹੈ। ਪਰਮਾਤਮਾ ਸਾਰਿਆਂ ਦੇ ਵਿੱਚ ਵੀ ਹੈ, ਪਰ ਉਹ ਨਿਰਲੇਪ ਰਹਿੰਦਾ ਹੈ। ਜੋ ਕੁਝ ਕਹਿਣਾ ਸੋ ਆਪੇ ਕਹੇ,
ਜੋ ਉਹਨੇ ਕਹਿਣਾ ਆਪ ਹੀ ਕਹਿ ਰਿਹਾ। ਆਗਿਆ ਆਵੈ ਆਗਿਆ ਜਾਏ, ਇਹ ਮਨੁੱਖ ਉਹਦੇ ਹੁਕਮ 'ਚ ਆਉਂਦਾ, ਉਹਦੇ ਹੁਕਮ 'ਚ ਇਸ ਸੰਸਾਰ ਤੋਂ ਚਲਿਆ ਜਾਂਦਾ। ਨਾ ਅਸੀਂ ਆਪਣੀ ਮਰਜ਼ੀ ਨਾਲ ਆਏ, ਨਾ ਆਪਣੀ ਮਰਜ਼ੀ ਨਾਲ ਗਏ। ਕਈ ਕਹਿਣ ਲੈ ਮੈਂ ਹੁਣ ਆਤਮ ਹੱਤਿਆ ਕਰ ਲੈਣਾ, ਮੈਂ ਆਪਣੀ ਮਰਜ਼ੀ ਨਾਲ ਚਲੇ ਜਾਊਂਗਾ। ਨਹੀਂ, ਆਤਮ ਹੱਤਿਆ ਵੀ ਤਾਂ ਹੀ ਕਰੇਗਾ ਜੇ ਉਹ ਚਾਹੁੰਦਾ, ਨਹੀਂ ਤੇ ਤੂੰ ਪਾਣੀ ਡੁਬਕੀ ਮਾਰੀ, ਇਹਨੇ ਚਿਰ ਕੰਢੇ 'ਤੇ ਖੜਾ ਸੀ, ਉਹਨੇ ਵਿੱਚ ਛਾਲ ਮਾਰੀ, ਤੈਨੂੰ ਬਾਹਰ ਕੱਢ ਲਿਆ। ਲੈ ਨਹੀਂ ਮਰਿਆ ਤੂੰ, ਨਹੀਂ ਮਰਿਆ। ਇਸ ਲਈ ਆਗਿਆ ਆਵੈ ਆਗਿਆ ਜਾਏ। ਪਰਮਾਤਮਾ ਦੇ ਹੁਕਮ ਨਾਲ ਹੀ ਜੀਵ ਇਸ ਸੰਸਾਰ 'ਤੇ ਆਉਂਦਾ, ਪਰਮਾਤਮਾ ਦੇ ਹੁਕਮ ਨਾਲ ਹੀ ਸੰਸਾਰ ਤੋਂ ਜਾਂਦਾ ਹੈ। ਨਾਨਕ ਜਾਂ ਭਾਵੈ ਤਾਂ ਲਏ ਮਿਲਾਏ, ਜਾਂ ਮੈਨੇ ਜਦੋਂ ਤਾਂ ਮੈਨੇ ਤਦੋਂ। ਜਦੋਂ ਉਹ ਚਾਹੁੰਦਾ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ, ਲੈ ਸਮਾਏ ਆਪਣੇ ਵਿੱਚ ਸਮਾ ਲੈਂਦਾ ਹੈ। ਨਾਨਕ ਜਾਂ ਭਾਵੈ ਤਾਂ ਲੈ ਸਮਾਏ। ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਉਹ ਇਸ ਸਾਰੀ ਸ੍ਰਿਸ਼ਟੀ ਨੂੰ ਕੀ ਸਾਰੀ ਸਮੱਗਰੀ ਨੂੰ ਸਭ ਜੀਵਾਂ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ ਅਤੇ ਇਕੱਲੇ ਦਾ ਇਕੱਲਾ ਹੋ ਜਾਂਦਾ ਹੈ। ਇਹ ਸਾਰਾ ਵਿਸਥਾਰ ਖਤਮ ਹੋ ਜਾਂਦਾ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।